हाँ जी, शुरू कर दो जी पोथी साहब। सतनाम श्री वाहिगुरु साहिब जियो। दोहरा। नीच बलोचन कर रही सोचत सोच विसाल। कितक देर मह धीर तर बोली नम्रत नाल। नीच बलोचन कर रही सोचत सोच विसाल। वाहिगुरु जी का खालसा वाहिगुरु जी की फतेह। धन धन सतगुरु सच्चे पातशाह आदि श्री गुरु ग्रंथ साहिब महाराज जी दी पावन पवित्र छत्र छाया हेठ सारी गुरसिख संगत मिल के शामा दे दीवाना दे अंदर श्री गुरु हरगोबिंद साहब महाराज जी दा पावन पवित्र जस सरवण कर रही है। आप जी सारे जानते ही हो गुरु हरगोबिंद साहब महाराज दा प्रकाश उत्सव आ रहा है। उस प्रकाश उत्सव नूं मुख रखदियां होइयां सारी कैनेडा दी संगत ने मिल के विचार बनाई है बई गुरु हरगोबिंद साहब महाराज दे प्रकाश उत्सव दा प्रसंग श्री गुरु प्रताप सूरज ग्रंथ चो लड़ीवार करना है। आप जी ने पिछले प्रसंगां दे अंदर सरवण कीता किस तरह माता गंगा जी बाबा बुड्ढा जी दे कोल जांदे ने। बाबा बुड्ढा जी दे कोल जाके रथां ते गड़बैलां ते पालकियां ते कुछ सिख संगत नूं नाल लै के दासियां नूं नाल लै के जदों गए ते बाबा बुड्ढा जी नूं दरख्त ते बैठे सिख ने कहा भी गुरु घर दे माता गंगा जी आ रहे ने। ते बाबा बुड्ढा जी दे मुख तो सहज सुभाए बचन निकल गया गुरु घर नूं की भाजड़ पै गई है। ਇਹ ਸ਼ਰਾਪ ਵਾਲੇ ਬਚਨ ਸੁਣ ਕੇ ਮਾਤਾ ਗੰਗਾ ਜੀ ਅਤੇ ਹੋਰ ਦਾਸ ਦਾਸੀਆਂ ਨਿਮੋਸ਼ ਹੋ ਗਏ, ਉਦਾਸ ਹੋ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਜੋ ਵਰ ਮੰਗਣ ਆਏ ਸੀ, ਪੁੱਤਰ ਦਾ ਵਰ ਮੰਗਣ ਆਏ ਸੀ, ਉਹ ਵੀ ਦਾਸੀ ਨੇ ਮੁਖੋਂ ਉਚਾਰ ਕੇ ਬੋਲਿਆ। ਬਾਬਾ ਬੁੱਢਾ ਜੀ ਨੇ ਅੱਗੋਂ ਬਚਨ ਕਰ ਦਿੱਤੇ ਵੀ ਪੁੱਤਰ ਤਾਂ ਮੈਂ ਗੁਰੂ ਘਰ ਦਾ ਘਾਈ ਹਾਂ, ਮੈਂ ਤੁਹਾਨੂੰ ਪੁੱਤਰ ਦੀ ਦਾਤ ਨਹੀਂ ਬਖਸ਼ਿਸ਼ ਕਰ ਸਕਦਾ, ਗੁਰੂ ਸਾਹਿਬ ਆਪ ਸਮਰੱਥ ਨੇ, ਗੁਰੂ ਸਾਹਿਬ ਪੁੱਤਰ ਦੀ ਦਾਤ ਬਖਸ਼ਿਸ਼ ਕਰਨਗੇ। ਜਦੋਂ ਇੰਨੀ ਗੱਲ ਸੁਣੀ ਮਾਤਾ ਤੋਂ, ਮਾਤਾ ਹੋਰ ਜ਼ਿਆਦਾ ਨਿਰਾਸ਼ ਹੋ ਗਈ ਤੇ ਵਾਪਸ ਬਾਬੇ ਬੁੱਢੇ ਕੀ ਬੀੜ ਤੋਂ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਰੀ ਗੱਲ ਰਾਤ ਨੂੰ ਦੱਸੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਸਾਰੀ ਗੱਲ ਦੱਸੀ, ਮਹਾਰਾਜ ਨੇ ਪੁੱਛਿਆ ਗੰਗਾ ਸਾਹਿਬ ਜੀ ਤੁਸੀਂ ਕਿਸ ਤਰ੍ਹਾਂ ਗਏ ਸੀ। ਮਾਤਾ ਜੀ ਹੋਰਾਂ ਨੇ ਦੱਸਿਆ ਵੀ ਅਸੀਂ ਘੋੜਿਆਂ ਤੇ ਰੱਥਾਂ ਤੇ ਪਾਲਕੀਆਂ ਤੇ ਚੜ ਕੇ ਸਾਰੀ ਸੰਗਤ ਗਈ ਸੀ, ਖਾਣ ਨੂੰ ਮਿਸ਼ਠਾਨ ਪ੍ਰਸ਼ਾਦ ਕੁਝ ਵਸਤਰ ਵੀ ਲੈ ਗਏ ਸੀਗੇ, ਪਰ ਇਹ ਗੱਲ ਕਹੀ ਮਾਤਾ ਨੇ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਜਾਣ ਦਾ ਤਰੀਕਾ ਠੀਕ ਨਹੀਂ ਸੀਗਾ। ਹੁਣ ਗੁਰੂ ਸਾਹਿਬ ਮਹਾਰਾਜ ਨੇ ਦੱਸਿਆ ਵੀ ਕਿਸ ਤਰ੍ਹਾਂ ਜਾਣਾ ਹੈ ਤੇ ਅੱਜ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋ ਵਰ ਲੈਣ ਜਾ ਰਹੇ ਨੇ। ਆਓ ਕਥਾ ਅੱਗੇ ਸਰਵਣ ਕਰੀਏ, ਪ੍ਰੇਮ ਨਾਲ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। नीच बलोचन दोहरा। नीच बलोचन कर रही सोचत सोच विसाल। ਮਾਤਾ ਜੀ ਆਪਣੇ ਮਨ ਦੇ ਅੰਦਰ ਬਹੁਤ ਗਿਲਾਨੀ ਲਿਆ ਰਹੇ ਨੇ ਵੀ ਬਾਬਾ ਬੁੱਢਾ ਜੀ ਤੇ ਪ੍ਰਥਾएं ਅਸੀਂ ਵਰ ਨਹੀਂ ਲਿਆ ਸਕੇ ਤੇ ਬਾਬਾ ਬੁੱਢਾ ਜੀ ਨੇ ਸ਼ਰਾਪ ਦੇ ਦਿੱਤਾ ਹੈ। ਮਾਤਾ ਜੀ ਮਨ ਤੋਂ ਬਹੁਤ ਝੂਰ ਰਹੇ ਨੇ, ਦੁਖੀ ਹੋ ਰਹੇ ਨੇ ਤੇ ਬਹੁਤ ਤਰ੍ਹਾਂ ਦੀ ਸੋਚਾਂ ਵੀ ਸੋਚ ਰਹੇ ਨੇ ਵੀ ਹੁਣ ਪੁੱਤਰ ਮਿਲੇਗਾ ਵੀ ਕਿ ਨਹੀਂ। कितक देर मह धीर तर बोली नम्रत नाल। ਕੁਝ ਕੁ ਦੇਰ ਬਾਅਦ ਬੜੇ ਧੀਰਜ ਦੇ ਨਾਲ ਮਾਤਾ ਗੰਗਾ ਜੀ ਬੋਲਦੇ ਨੇ। सोया छंद श्री जग गुर सरबग सदा और सकल शक्त मह पूरन पूर। ਗੁਰੂ ਅਰਜਨ ਦੇਵ ਮਹਾਰਾਜ ਸਰਮਰੱਥ ਗੁਰੂ ਨੇ, ਸੰਪੂਰਨ ਗੁਰੂ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਾਰੀਆਂ ਹੀ ਸ਼ਕਤੀਆਂ ਨਵਨਿਧੀ 18 ਸਿੱਧੀਆਂ ਪ੍ਰਤੱਖ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰਨ ਸਤਿਗੁਰੂ ਨੇ। ਭੂਰ ਦਾ ਅਰਥ ਹੈ ਵੀ ਲੱਭਾ ਲੱਭ ਨਾਮ ਦੇ ਭਰੇ ਹੋਏ ਨੇ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਕਦੇ ਪਾਣੀ ਘੱਟ ਨਹੀਂ ਹੁੰਦਾ,
ਉਸੀ ਤਰ੍ਹਾਂ ਹੀ ਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਪਾਣੀ ਨਹੀਂ ਘਟਦਾ, ਉਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਵੀ ਕਦੇ ਘਟਦੀ ਨਹੀਂ। ਗੁਰੂ ਦੀ ਬਖਸ਼ਿਸ਼ ਵੀ ਬੇਅੰਤ ਰਹਿੰਦੀ ਹੈ। ਮਹਾਰਾਜ ਵੀ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਈ ਭਰਪੂਰ ਨੇ ਨਾਮ ਦੇ। ਚਹੋ ਕਰਹੁ ਨਹਿ ਬਿਲਮ ਲਗ ਹੈ ਪ੍ਰਭ, ਸਭ ਦੇਸ਼ਨ ਮਹਿ ਸਭਨ ਹਦੂਰ। ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਚਾਹਣ ਉਹ ਕਰ ਸਕਦੇ ਨੇ, ਨਹਿ ਬਿਲੰਬ, ਉਹਨਾਂ ਨੂੰ ਕਿਸੇ ਗੱਲ ਦੀ ਦੇਰੀ ਨਹੀਂ ਹੈ। ਲਗਾ ਹੈ ਪ੍ਰਭ, ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚਾਹਣ ਕਰ ਸਕਦੇ ਨੇ ਬਿਨਾਂ ਦੇਰੀ ਤੋਂ। ਸਭ ਦੇਸ਼ਨ ਮੈਂ ਸਭੇ ਨਾ ਦੂਰ, ਕੋਈ ਬੰਦਾ ਮਹਾਰਾਜ ਤੋਂ ਦੂਰ ਵਸਦਾ, ਦੇਸ਼ ਕਾਲ ਵਸਤੂ ਕਰਕੇ ਦੂਰ ਹੈ, ਕਾਲ ਕਰਕੇ ਦੂਰ ਹੈ, ਸਮੇਂ ਕਰਕੇ। ਜਿਵੇਂ ਹੁਣ ਆਪਣੇ ਇੱਥੇ ਦਿਨ ਚੜ੍ਹਿਆ, ਰਾਤ ਹੋ ਰਹੀ ਹੈ, ਤੇ ਪੰਜਾਬ ਦੇ ਅੰਦਰ ਦਿਨ ਚੜ੍ਹਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਤੇ ਰਾਤ ਹੋਵੇ, ਦਿਨ ਹੋਵੇ, ਸਮੇਂ ਦਾ ਫਰਕ ਹੋਵੇ, ਦੇਸ਼ ਦੀ ਦੂਰੀ ਹੋਵੇ, ਕਾਲ ਦਾ ਫਰਕ ਹੋਵੇ, ਪਰ ਗੁਰੂ ਅਰਜਨ ਦੇਵ ਮਹਾਰਾਜ ਸਿੱਖ ਦੀ ਸਹਾਇਤਾ ਹਰ ਵੇਲੇ ਕਰਦੇ ਨੇ। ਕਰਹਿ ਆਰਾਧਨ ਪਹੁੰਚਹੁ ਤਤਛਨ, ਸ਼ਰਧਾਲੂ ਕੀ ਇੱਛਾ ਪੂਰ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸ਼ਰਧਾਲੂਆਂ ਦੀ ਇੱਛਾ ਪੂਰੀ ਕਰਨ ਦੇ ਲਈ, ਸੱਚੇ ਪਾਤਸ਼ਾਹ ਮਹਾਰਾਜ ਕਰਹਿ ਆਰਾਧਨ ਪਹੁੰਚੈ ਤਤ ਛਿਨ, ਔਰ ਸ਼ਰਧਾਲੂਆਂ ਦੀ ਇੱਛਾ ਪੂਰੀ ਕਰਨ ਦੇ ਲਈ ਤਤ ਛਿਨੀ, ਬਿਨਾਂ ਦੇਰੀ ਤੋਂ ਪਹੁੰਚ ਜਾਂਦੇ ਨੇ। ਤਤ ਛਿਨ ਦਾ ਅਰਥ ਹੁੰਦਾ ਹੈ ਬਿਨਾਂ ਦੇਰੀ ਤੋਂ। ਜੋ ਸਤਿਗੁਰੂ ਪਹੁੰਚ ਜਾਂਦੇ ਨੇ, ਜਿਹੜੀ ਉਹਨਾਂ ਦੀ ਆਰਾਧਨਾ ਕਰਦੇ ਨੇ, ਜੋ ਉਹਨਾਂ ਦੀ ਪੂਜਾ ਕਰਦੇ ਨੇ, ਜੋ ਉਹਨਾਂ ਦੇ ਗੁਰੂ ਦੇ ਗੁਣ ਗਾਉਂਦੇ ਨੇ। ਲਾਖੋਂ ਕੇ ਕਾਜਨ ਕਹੁ ਕਰਤਾ, ਬਹੁ ਇਮ ਕਹਿ ਨਾ ਹਾਂ ਕਹਿ ਕੂਰ। ਲੱਖਾਂ ਦੇ ਜੋ ਕਾਜ ਨੇ, ਉਹ ਗੁਰੂ ਸਾਹਿਬ ਮਹਾਰਾਜ ਲੱਖੋਂ ਸਿੱਖ ਸੰਗਤਾਂ ਦੇ ਕਾਜ ਨੂੰ ਕਰਨ ਵਾਲੇ ਨੇ। ਬਹੁ ਇਮ ਕਰੈ ਨਾ ਹੋ ਕਹਿ ਕੂਰ, ਕਹਿੰਦੇ ਬਹੁਤਿਆਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਕਾਜ ਕਰਦੇ ਨੇ। ਨਾ ਹੋ ਕਹਿ ਕੂਰ, ਕਹਿੰਦੇ ਕਦੇ ਵੀ ਮਹਾਰਾਜ ਝੂਠਾ ਬਚਨ ਨਹੀਂ ਕਰਦੇ। ਕੂਰ ਦਾ ਅਰਥ ਹੁੰਦਾ ਝੂਠੇ। ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹਨੇ ਓਟ ਲੈ ਲਈ, ਜਿਹਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਈ, ਗੁਰੂ ਦਾ ਜਸ ਗਾਇਆ, ਗੁਰੂ ਸਾਹਿਬ ਮਹਾਰਾਜ ਉਹਨੂੰ ਹਿੰਮਤ ਦੇ ਦਿੰਦੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਬਲ ਬਖਸ਼ਿਸ਼ ਕਰਦੇ ਨੇ, ਉਹਨੂੰ ਸਮਰੱਥਾ ਦੇ ਦਿੰਦੇ ਨੇ। ਬ੍ਰਿਧ ਨੇ ਸੋ ਜਸ ਆਪ ਕੋ ਉਚਰਿਓ, ਜਗ ਜਾਚਕ ਸੋ ਦੇਵਨਹਾਰ। ਇੱਕ ਵਾਰੀ ਦੁਬਾਰਾ ਪੜੋਗੇ ਜੀ। ਬ੍ਰਿਧ ਨੇ ਸੋ ਜਸ ਆਪ ਕੋ ਉਚਰਿਓ, ਜਗ ਜਾਚਕ ਸੋ ਦੇਵਨਹਾਰ। ਬਾਬਾ ਬੁੱਢਾ ਜੀ, ਬਿਰਧ ਦਾ ਅਰਥ ਹੈ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਨੇ ਸੁਜਸ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਰਿਆ ਤੇ ਕਿਹਾ ਵੀ ਗੁਰੂ ਅਰਜਨ ਦੇਵ ਮਹਾਰਾਜ ਪੁੱਤਰ ਦੇਣ ਵਾਲੇ ਨੇ। ਜਗ ਜਾਚਕ ਸੋ ਦੇਵਨਹਾਰ, ਕਹਿੰਦੇ ਜਗਤ ਦੇ ਅੰਦਰ ਜੋ ਵੀ ਕੋਈ ਜਾਚਨਾ ਕਰੇ, ਉਹ ਗੁਰੂ ਅਰਜਨ ਦੇਵ ਜੀ ਦਿੰਦੇ ਨੇ। ਜਦਿਅਪ ਸਮਰੱਥ ਸਭ ਬਿਦ ਇਮਹੁ, ਤਦਪ ਆਗਿਆ ਕੀਨ ਉਚਾਰ। ਤੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਨੇ ਵੀ ਬਾਬਾ ਬੁੱਢਾ ਜੀ ਨੇ ਕਿਹਾ ਯਦਾਪੀ, ਜੇ ਗੁਰੂ ਅਰਜਨ ਦੇਵ ਮਹਾਰਾਜ ਸਮਰੱਥ ਕਲਾ ਨੇ, ਸਭ ਕੁਝ ਦੇਣ ਵਾਲੇ ਨੇ, ਤਦੋਂ ਤਦਪ ਆਗਿਆ ਕੀਨ ਉਚਾਰ, ਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਖੋਂ ਬਚਨ ਉਚਾਰ ਦੇਣ, ਪੁੱਤਰ ਹੋ ਜਾਵੇਗਾ। ਤਿਨ ਤੇ ਬਰ ਲਿਹੁ ਪੁੱਤਰ ਚਹਤ ਜੋ, ਸੋ ਮੁਝ ਤੇ ਹੋਏ ਸਕੀ ਨਾ ਕਾਰ। ਜੇ ਗੁਰੂ ਅਰਜਨ ਦੇਵ ਮਹਾਰਾਜ ਚਾਹਣ ਤਾਂ ਪੁੱਤਰ ਦੇ ਸਕਦੇ ਨੇ। ਤੇ ਮਾਤਾ ਤੂੰ ਮੇਰੇ ਕੋਲ ਕਿਆ ਤੇ ਆਈ ਹੈ, ਤੂੰ ਮੇਰੇ ਕੋਲ ਕਿਉਂ ਆਈ ਹੈ? ਮਾਤਾ ਪੁੱਤਰ ਦੇਣ ਵਾਲੇ ਤਾਂ ਬਾਬਾ ਬੁੱਢਾ ਜੀ ਨੇ, ਤੇ ਬਾਬਾ ਬੁੱਢਾ ਜੀ ਨੇ ਕਿਹਾ ਵੀ ਪੁੱਤਰ ਦੇਣ ਵਾਲੇ ਤਾਂ ਗੁਰੂ ਅਰਜਨ ਦੇਵ ਨੇ, ਤੂੰ ਮਾਤਾ ਮੇਰੇ ਕੋਲ ਕਿਉਂ ਆਈ ਹੈ? ਮੈਂ ਤੇ ਗੁਰੂ ਘਰ ਦਾ ਕਾਈਆ ਹਾਂ। ਬਿਗੜਿਓ ਆਪ ਸੁਧਾਰਨ ਕਰਿਓ ਹੈ, ਸ਼ੁਭ ਸ਼ੀਸ਼ਾ ਦੇਹੁ ਮੈਂ ਅਨੁਸਾਰ। ਕਹਿੰਦੇ ਬਿਗੜਿਓ ਆਪ ਸੁਧਾਰਨ ਕਰੀਐ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਮਾਤਾ ਕਾਜ ਤੇਰੇ ਤੋਂ ਵਿਗੜ ਗਿਆ ਗੰਗਾ, ਸ਼ੁਭ ਸਿੱਖਿਆ ਦੇਹੋ ਮੈਂ ਅਨੁਸਾਰ, ਪਰ ਮੈਂ ਗੁਰੂ ਅਰਜਨ ਦੇਵ ਮਹਾਰਾਜ ਤੈਨੂੰ ਸਿੱਖਿਆ ਦੇ ਸਕਦਾ ਵੀ ਤੂੰ ਹੁਣ ਕਿੱਦਾਂ ਜਾਏ। ਵੱਡ ਪੁਰਸ਼ਨ ਕੀ ਸੇਵਾ ਕਰਨੀ, ਇਸ ਮਹਿ ਚਾਹੀਏ ਬੁੱਧ ਅਧਿਕਾਏ। ਕਹਿੰਦੇ ਜਦੋਂ ਵੀ ਕਿਸੇ ਸਾਧੂ ਮਹਾਤਮਾ ਦੇ ਕੋਲ, ਵੱਡੇ ਪੁਰਸ਼ ਕੋਲ ਜਾਈਏ ਤੇ ਬੜੇ ਸ਼ਾਂਤ ਚਿੱਤ ਬਿਰਤੀ ਨਾਲ ਜਾਈਦਾ, ਬੜੇ ਨਿਰਮਲ ਬਿਰਤੀ ਨਾਲ ਜਾਈਦਾ, ਹਿਰਦੇ 'ਚ ਨਿਮਰਤਾ ਧਾਰ ਕੇ ਜਾਈਦੀ ਹੈ। ਵੱਡੇ ਪੁਰਸ਼ਾਂ ਦੀ ਸੇਵਾ ਕਿੱਦਾਂ ਕਰਨੀ ਹੈ?
ਇਸ ਮਹਿ ਚਹੀਐ ਬੁੱਧ ਅਦਕਾਏ, ਬੜੀ ਬੁੱਧੀ ਦੇ ਨਾਲ ਵਿਚਾਰ ਕਰਕੇ ਸੰਤਾਂ ਮਹਾਪੁਰਸ਼ਾਂ ਦੇ ਕੋਲ ਬੈਠੀਦਾ ਹੈ। ਬਾਂਸ ਬਿਭੂਖਨ ਭੂਖਨ ਸੰਸਰ, ਸੁਤ ਹੋਏ ਅਸਮਤ ਦੇਹੁ ਸਿਖ ਰਾਏ। ਕਹਿੰਦੇ ਬੰਸ ਬਿਭੂਖਣ ਭੂਖਨ ਸੰਸਰ, ਕਹਿੰਦੇ ਸੂਰਜ ਦੇ ਦਰਸ਼ ਕਰਕੇ ਬਾਬਾ ਬੁੱਢਾ ਜੀ ਨੇ ਜਿਹੜੇ ਬਹੁਤ ਉੱਚੀ ਸੁੱਚੀ ਰੂਹ ਨੇ, ਉਹਨਾਂ ਦਾ ਬਹੁਤ ਉੱਚਾ ਵੰਸ਼ ਹੈ। ਸੁਤ ਹੋਏ ਅਸ ਮਤ ਦੇਹੋ ਸਿਖ ਰਾਏ, ਕਹਿੰਦੇ ਪੁੱਤਰ ਦੀ ਉਹ ਦਾਤ ਦੇਣ ਦੇ ਸਮਰੱਥ ਹੈਗੇ ਨੇ। ਸੁਤ ਹੋਏ, ਉਹਦੇ ਘਰ ਪੁੱਤਰ ਹੋ ਵੀ ਜਾਏਗਾ, ਅਸਮਤ ਦੇਹੋ ਸਿਖ ਰਾਏ। ਤੇ ਮਾਤਾ ਕਹਿੰਦੀ ਮਹਾਰਾਜ ਵੀ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਮੈਨੂੰ ਹੁਣ ਉਹ ਮੱਤ ਦਵੋ ਕਿ ਮੈਂ ਬਾਬੇ ਬੁੱਢੇ ਕੋਲ ਜਾਵਾਂ ਤੇ ਮੇਰੇ ਘਰ ਪੁੱਤਰ ਹੋ ਜਾਵੇ। ਸੁਤ ਹੋਏ ਅਸਮਤ ਦੇਹੋ, ਐਸੀ ਮੈਨੂੰ ਬੁੱਧੀ ਦਵੋ, ਇਸ ਤਰ੍ਹਾਂ ਸਮਝਾਓ ਕਿ ਸਿਖਰਾਏ, ਇਸ ਤਰ੍ਹਾਂ ਸਮਝਾਓ ਕਿ ਹੁਣ ਪੁੱਤਰ ਹੀ ਹੋ ਜਾਵੇ। ਤਿਮ ਅਬ ਕੀਜਹ ਹੇਰ ਪ੍ਰਸੀਜਹ, ਸ਼ੁਭ ਬਰ ਲੀਜਹ ਚਿੰਤ ਬਿਲਾਏ। ਅੱਗੋਂ ਕਹਿੰਦੇ ਸੱਚੇ ਪਾਤਸ਼ਾਹ ਤਿਮ ਅਬ ਕੀਜੈ ਹੇਰ ਪ੍ਰਸੀਜੈ, ਸ਼ੁਭ ਬਰ ਲੀਜੈ ਚਿੰਤ ਬਿਲਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੰਗਾ ਜਿੱਦਾਂ ਅਸੀਂ ਕਹਿੰਦੇ ਆ ਉਸ ਤਰ੍ਹਾਂ ਕਰੋ। ਹੇਰ ਪ੍ਰਸੀਜੈ, ਧਿਆਨ ਨਾਲ ਕਰੋ। ਹੇਰ ਕਹਿੰਦੇ ਨੇ ਦੇਖਣਾ, ਪ੍ਰਸੀਜੈ ਸੋਚ ਵਿਚਾਰ ਕਰਕੇ। ਸ਼ੁਭ ਬਰ ਲੀਜੈ ਚਿੰਤ ਬਿਲਾਏ, ਤੇ ਬਾਬਾ ਬੁੱਢਾ ਜੀ ਤੋਂ ਪੁੱਤਰ ਦਾ ਵਰ ਲੈ ਲੈ ਤੇ ਤੇਰੀ ਸਾਰੀ ਚਿੰਤਾ ਦੂਰ ਹੋ ਜਾਵੇਗੀ। ਬਖਸ਼ਹੁ ਭੂਲ ਲਖੋ ਅਨੁਕੂਲੀ, ਲਹਹੁ ਮੂਲ ਸੁਖ ਧੂਲੀ ਪਾਏ। ਮਾਤਾ ਗੰਗਾ ਜੀ ਵੀ ਨਿਮਰਤਾ ਚ ਆ ਗਏ, ਪਾਤਸ਼ਾਹ ਮੇਰੀ ਪੁਰਾਣੀ ਭੁੱਲ ਬਖਸ਼ ਲਓ ਜਦੋਂ ਮੈਂ ਦਾਸੀਆਂ ਨੂੰ ਲੈ ਕੇ ਚਲੀ ਗਈ। ਲੱਖੋਂ ਅਨੁਕੂਲੀ, ਹੁਣ ਮੈਂ ਤੁਹਾਡੇ ਅਨੁਕੂਲ ਚੱਲਾਂਗੀ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੀ। ਲਹੋ ਮੂਲ ਸੁਖ ਧੂਲੀ ਤਾਏ, ਤੇ ਚਰਨਾਂ ਦੀ ਧੂੜ, ਤੁਹਾਡੇ ਚਰਨਾਂ ਦੀ ਧੂੜ ਲੈ ਕੇ ਬਾਬਾ ਬੁੱਢਾ ਜੀ ਦੇ ਚਰਨ ਪਰਸ ਕੇ, ਜੋ ਕਿ ਤੁਹਾਡੇ ਚਰਨਾਂ ਦੀ ਧੂੜ ਲੈ ਕੇ ਹੀ ਬਾਬਾ ਬੁੱਢਾ ਜੀ ਨੇ ਤੁਹਾਡੇ ਕੋਲ ਭੇਜ ਦਿੱਤਾ ਹੈ। ਮਹਾਰਾਜ ਤੁਹਾਡੇ ਤੋਂ ਸਿੱਖਿਆ ਲੈ ਕੇ, ਤੁਹਾਡੇ ਚਰਨਾਂ ਦੀ ਧੂੜ ਲੈ ਕੇ ਹੁਣ ਜਾਵਾਂਗੀ ਬਾਬਾ ਬੁੱਢਾ ਜੀ ਕੋ ਨਿਮਰਤਾ ਨਾਲ। ਇਮ ਹੋਏ ਦੀਨ ਗੁਰੂ ਜਬ ਬੂਝੇ, ਸ਼ੁਭ ਇਹ ਮਤ ਦੇਤ ਭੇ ਤਤਕਾਲ। ਕਹਿੰਦੇ ਇਮ ਹੋਏ ਦੀਨ ਗੁਰੂ ਜਬ ਬੂਝੇ, ਮਾਤਾ ਗੰਗਾ ਜੀ ਦੀਨ ਹੋ ਗਈ। ਸ਼ੁਭ ਮਤ ਦੇਤ ਭਏ ਤਤਕਾਲ, ਕਹਿੰਦੇ ਹੁਣ ਦੱਸਿਆ ਵੀ ਜਾਣਾ ਕਿਸ ਤਰ੍ਹਾਂ ਹੈ। ਦੀ ਗੱਲ ਲਿਖੀ। ਇੰਦਰੀ ਕੀ ਹੁੰਦੀ ਹੈ? ਇੰਦਰੀ ਹੁੰਦੀ ਹੈ ਵੀ ਆਪਣੇ ਇੰਦਰੀਆਂ ਦਾ ਗਮਨ ਕਰਨਾ। 5 ਗਿਆਨ ਇੰਦਰੀਆਂ ਨੇ, 5 ਹੀ ਕਰਮ ਇੰਦਰੀਆਂ ਨੇ। ਕਰਮ ਇੰਦਰੀਆਂ ਕਿਹੜੀਆਂ ਨੇ? ਹੱਥ, ਪੈਰ, ਠੀਕ ਹੈ, ਲਿੰਗ ਤੇ ਆਪਣਾ ਕੰਠ, ਜਿਹਨੂੰ ਆਪਾਂ ਮੁੱਖ ਕਹਿ ਲਈਏ, ਹਨਾ। ਹੱਥ, ਪੈਰ, ਲਿੰਗ, ਉਪਾਦ ਪਿੱਛੋਂ ਜਿਹੜੀ ਸਾਡੀ ਗੰਦਗੀ ਨਿਕਲਦੀ ਹੈ, ਤੇ ਇੱਕ ਸਾਡਾ ਕੰਠ। 5 ਹੋ ਗਏ ਸਾਡੇ ਕਰਮ ਇੰਦਰੇ। ਗਿਆਨ ਇੰਦਰੇ ਹੋ ਗਏ ਆਪਣੇ ਤਵਚਾ, ਸਕਿਨ, ਟੰਗ ਜਿਸ ਤੋਂ ਆਪਾਂ ਟੇਸਟ ਕਰਦੇ ਹਾਂ, ਕੰਨ ਜਿਸ ਤੋਂ ਸੁਣਦੇ ਹਾਂ, ਤੇ ਨੇਤਰ ਜਿਸ ਤੋਂ ਦੇਖਦੇ ਹਾਂ, ਦੇਖਣ ਦੀ ਸ਼ਕਤੀ ਹੈ ਨਾ, ਸੂੰਘਣ ਦੀ ਸ਼ਕਤੀ ਨੱਕ ਤੋਂ। 1 2 3 ਕੰਨ, ਰਸਨਾ 4, ਤੇ ਤਵਚਾ। ਤੇ ਮੇਰੇ ਮਨ ਦੇ ਅੰਦਰ ਆ ਗਿਆ ਵੀ ਮੈਂ ਗੁਲਾਬ ਜਾਮਨ ਖਾ ਲਾਂ, ਪਰ ਮੈਨੂੰ ਪ੍ਰਾਪਤ ਨਹੀਂ ਹੋਣੇ, ਮੈਂ ਤਰਸੀ ਜਾਵਾਂ, ਮਤਲਬ ਮੈਂ ਆਪਣੇ ਜੀਭ ਦੇ ਅਧੀਨ, ਜਾਂ ਪਰਾਈ ਇਸਤਰੀ ਦੇ ਨਾਲ ਸੰਗ ਕਰਨ ਦੇ ਅਧੀਨ ਹੈ ਤਵਚਾ। ਪਰ ਬਾਬਾ ਬੁੱਢਾ ਜੀ ਇੰਦਰੀ ਜਿੱਤ ਨੇ, ਉਹ ਇੰਦਰੀਆਂ ਦੇ ਅਧੀਨ ਨਹੀਂ ਨੇ। ਤੇ ਸੇਵੋ ਆਪਣੇ ਕਰ ਨਾਲ, ਕਰ ਕਹਿੰਦੇ ਨੇ ਹੱਥਾਂ ਨੂੰ, ਆਪਣੇ ਹੱਥਾਂ ਦੇ ਨਾਲ ਮਾਤਾ ਉਹਨਾਂ ਦੀ ਸੇਵਾ ਕਰਨੀ ਹੈ ਜਾ ਕੇ, ਦਾਸੀਆਂ ਤੋਂ ਪ੍ਰਸ਼ਾਦਾ ਨਹੀਂ ਬਣਵਾਉਣਾ। ਧਰਹੁ ਪ੍ਰੇਮ ਆਪਾ ਨ ਜਨਾਵਹੁ, ਕਰਹੁ ਕਾਰ ਉਠ ਭੋਰ ਵਿਸਾਲ। ਕਹਿੰਦੇ ਪ੍ਰੇਮ ਕਰੋ, ਧਰੋ ਪ੍ਰੇਮ, ਆਪਾ ਨਾ ਜਨਾਓ, ਹਉਮੈ ਨਾ ਕਰੋ, ਕਰੋ ਕਾਰ ਉਠ ਭੋਰ ਵਿਸਾਲ, ਸਵੇਰੇ ਉੱਠ ਕੇ ਸੇਵਾ ਕਰੋ। ਭੋਰ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ। ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਬੇ ਬੁੱਢੇ ਲਈ ਆਪ ਪ੍ਰਸ਼ਾਦਾ ਬਣਾਓ। ਪ੍ਰਥਮ ਇਸ਼ਨਾਨਹੁ ਪੁਨ ਗ੍ਰਿਤ ਠਾਨਹੁ,
ਅੰਨ ਸੁਧਾਰਹੁ ਸ਼ੁਭ ਤਿਸ ਕਾਲ। ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਕੇਸ਼ੀ ਇਸ਼ਨਾਨ ਕਰੋ, ਸਰੀਰ ਸੁੱਚਾ ਕਰਕੇ ਪੁੰਨ ਕ੍ਰਿਤ ਠਾਨੋ। ਫਿਰ ਆਟਾ ਉਹ ਆਪਣਾ ਕਣਕ ਲੈ ਕੇ ਉਹਨੂੰ ਪੀਸੋ। ਆਟਾ ਤਿਆਰ ਹੋ ਗਿਆ, ਉਸ ਆਟੇ ਦੇ ਪ੍ਰਸ਼ਾਦੇ ਬਣਾਓ। ਸਬਜੀ ਭਾਜੀ ਤਾਜੀ ਤੋੜ ਕੇ ਲਿਆਓ, ਸਬਜੀ ਭਾਜੀ ਤਾਜੀ ਬਣਾਓ ਘਿਓ ਪਾ ਕੇ। ਤੇ ਉਹਦੇ ਬਾਅਦ ਹੋਰ ਬੇਅੰਤ ਤਰ੍ਹਾਂ ਦੇ ਸਲਾਦ, ਮਿੱਠੇ, ਖੀਰ, ਪੂੜੇ, ਗੁਲਾਬ ਜਾਮਨ ਆਪ ਹੱਥ ਨਾਲ ਬਣਾਓ, ਜਲੇਬੀਆਂ। ਅੰਨ ਸੁਧਾਰੋ ਸ਼ੁਭ ਤਿਸ ਕਾਲ। ਸਾਰੀ ਵਿਧੀ ਨੂੰ ਬੜੇ ਹੀ ਪਿਆਰ ਦੇ ਨਾਲ, ਬੜੇ ਹੀ ਨੇਮ ਪ੍ਰੇਮ ਦੇ ਨਾਲ ਨਿਭਾਓ। ਹੁਣ ਅਗਲਾ ਸਿੰਘ ਪੜ੍ਹ ਲਓ, ਅਗਲੇ 5 ਛੰਦ। ਅਰਧ ਚਣਕ ਗੋਧੂਮ ਮਿਲਾਵਹੁ, ਕਹਿੰਦੇ ਈਸਾਹੁ ਆਪੇ ਹਾਂਜੀ, ਲਿਹੁ ਪਕਾਏ। ਹੁਣ ਉਹ ਦੱਸਿਆ ਸੀ ਨਾ ਮਹਾਰਾਜ ਨੇ ਵੀ ਕਿੱਦਾਂ ਲੰਗਰ ਤਿਆਰ ਕਰਨਾ, ਉਹ ਵਿਧੀ ਦੱਸ ਰਹੇ ਨੇ। ਕਹਿੰਦੇ ਅੱਧਾ ਦੇ ਛੋਲੇ ਲੈ ਲਓ, ਕਿਉਂਕਿ ਛੋਲਿਆਂ ਦੀ ਜੋ ਰੋਟੀ ਬਣਦੀ ਹੈ ਉਹ ਤਾਕਤ ਲਈ ਹੁੰਦੀ ਹੈ, ਕਿਉਂਕਿ ਬਾਬਾ ਬੁੱਢਾ ਜੀ ਕੰਮ ਕਰਦੇ ਸੀਗੇ ਬੀੜ ਵਿਖੇ, ਹੈਨਾ। ਤੇ ਅੱਧੀ ਕਣਕ ਪਾ ਲਓ, ਅੱਧੇ ਛੋਲੇ ਪਾ ਲਓ, ਉਹਨੂੰ ਪੀਸ ਕੇ ਉਹਦਾ ਆਟਾ ਗੁੰਨ ਲਓ। ਤੇ ਉਸ ਤੋਂ ਪੀਸ ਕੇ ਮਾਤਾ ਜੀ ਆਪ ਆਪਣੇ ਹੱਥੀ ਆਟਾ ਤਿਆਰ ਕਰਕੇ ਮੋਟ ਰੋਟਕਾ ਲਵਣ ਅਮੇਜ਼ੀ, ਤਿਹ ਉਪਰ ਬਹੁ ਕ੍ਰਿਤ ਕੋ ਪਾਏ। ਕਹਿੰਦੇ ਮੋਟੀਆਂ ਰੋਟੀਆਂ ਤਿਆਰ ਕਰੋ, ਜਿਵੇਂ ਆਪਾਂ ਪਰੌਂਠੇ ਕਹਿ ਲੈਂਦੇ ਹਾਂ ਅੱਜ। ਲਵਣ ਅਮੇਜੀ, ਲੂਣ ਮਿਲਿਆ ਹੋਵੇ ਆਟੇ ਤੇ ਕਣਕ ਦੇ ਅੰਦਰ, ਲੂਣ ਜਵੈਣ ਪਾ ਕੇ। ਤੇ ਉਪਰੰਤ ਪੀਸੋ ਆਪੇ ਲਿਹੋ ਪਕਾਏ, ਆਪੇ ਆਟਾ ਪੀਸ ਕੇ ਤਿਆਰ ਕਰੋ। ਤੇ ਉੱਪਰ ਬਹੁ ਘਿਰਤ ਕੋ ਪਾਏ, ਉੱਤੇ ਬਹੁਤ ਸਾਰਾ ਘਿਓ ਵੀ ਪਾਣਾ ਪਰੌਂਠਿਆਂ ਦੇ। ਆਟੇ ਦੀ, ਕਣਕ ਦੀ ਹੈ ਇੱਕ ਰੋਟੀ, ਤੇ ਅੱਧੀ ਛੋਲਿਆਂ ਦੀ। ਤੇ ਮੋਟਾ ਪ੍ਰਸ਼ਾਦਾ ਤਿਆਰ ਕਰਕੇ ਉਸ ਮੋਟੇ ਪ੍ਰਸ਼ਾਦੇ ਦੇ ਉੱਤੇ ਸੋਹਣਾ ਚੋਖਾ ਘਿਓ ਪਾਓ। ਦਾਦੇ ਮਥਿਅ ਥੋਰਾ ਜਲ ਪਾਵਹੁ, ਸੰਘਨੀ ਛਾਛ ਤਨਕ ਤੁਰਸ਼ਾਏ। ਕਹਿੰਦੇ ਦਹੀਂ ਲਓ, ਮੱਥੀਆ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਰਿੜਕ ਲਓ, ਤੇ ਥੋੜਾ ਜਲ ਪਾਓ, ਦਹੀਂ ਦੇ ਅੰਦਰ ਗਾੜਾ ਦਹੀਂ ਬਣਾਓ, ਠੀਕ ਹੈ। ਤੇ ਸੰਘਣੀ ਛਾਛ, ਜਦੋਂ ਉਹਨੂੰ ਛਾਛ ਬਣ ਜਾਏਗੀ ਨਾ, ਤਨਕ ਤੁਰਸ਼ਾਏ, ਸੰਘਣੀ ਲੱਸੀ ਥੋੜੀ ਖੱਟੀ ਕਰਕੇ ਨਾ, ਤੇ ਉਸ ਸੰਘਣੀ ਲੱਸੀ ਨੂੰ ਜਦੋਂ ਤੁਸੀਂ ਖੱਟੀ ਕਰ ਲਓਗੇ, ਉਹਨੂੰ ਫੇਰ ਇੱਕ ਵਾਰੀ ਰਿੜਕ ਦੇਣਾ, ਤਾਂ ਕਿ ਉਹਦੇ ਉੱਤੇ ਮੱਖਣ ਜਾ ਆ ਜਾਵੇ। ਧੂਪ ਦੇਹੁ ਲਿਹੁ ਬਾਸਨ ਪਾਈ, ਦੋਇ ਤ੍ਰੈ ਗੱਠੇ ਸਥੂਲ ਮੰਗਾਏ। ਕਹਿੰਦੇ ਜਦੋਂ ਚੋਲਾ ਚੋਖਾ ਤਿਆਰ ਕਰੋਗੇ ਨਾ, ਉਹ ਸਾਰੀ ਜਗ੍ਹਾ ਸਾਫ਼ ਕਰਨੀ ਹੈ ਚੰਗੀ ਤਰ੍ਹਾਂ, ਤੇ ਉੱਥੇ ਧੂਫ ਬੱਤੀ ਜਲਾ ਕੇ ਵਧੀਆ ਵਾਹਿਗੁਰੂ ਸਿਮਰਨ ਕਰਦੇ ਹੋਏ, ਜਪਜੀ ਸਾਹਿਬ ਦਾ ਪਾਠ ਕਰਦੇ ਹੋਏ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਲੰਗਰ ਬਣਾਉਣਾ ਹੈ। ਧੂਪ ਦੇਹੋ ਲਿਹੋ ਬਾਸਨ ਪਾਈ, ਕਹਿੰਦੇ ਉਹ ਸਾਰੀਆਂ ਰੋਟੀਆਂ ਨੂੰ ਜਦੋਂ ਤਿਆਰ ਹੋ ਜਾਣਗੀਆਂ, ਜਿਵੇਂ ਅੱਜ ਅਸੀਂ ਕੈਸਰੋਲ 'ਚ ਰੱਖ ਲੈਂਦੇ ਹਾਂ, ਤੁਸੀਂ ਪੋਣੇ ਦੇ ਅੰਦਰ ਲਪੇਟ ਲੈਣਾ। ਦੋਏ ਤਰ੍ਹਾਂ ਗੱਠੇ ਸਥੂਲ ਮੰਗਾਏ, ਤੇ ਪਿਆਜ਼, ਗੰਢਾ, ਅਨੀਅਨ, ਕਹਿੰਦੇ ਉਹਨੂੰ ਜ਼ੋਰ ਦੇ ਨਾ ਵੱਡੇ ਵੱਡੇ ਮੰਗਾ ਲੈਣੇ ਆ, ਤੇ ਉਹਨੂੰ ਪਰੌਂਠਿਆਂ ਦੇ ਵਿੱਚ ਰੱਖ ਕੇ, ਤੇ ਉੱਪਰ ਪਰੌਂਠੇ ਹੋਰ ਰੱਖ ਦੇਣੇ ਨੇ। ਪਾਇਨ ਨਗਨ ਉਪਾਇਨ ਅਸ ਲਿਹੁ, ਨਿਜ ਸਿਰ ਧਰ ਗਮ ਨਹੁ ਤਿਸ ਪਾਸ। ਪੈਰਾਂ ਤੋਂ ਨੰਗੇ ਜਾਣਾ, ਉਪਾਇਨ ਅਸ ਲਿਹੁ, ਤੇ ਹੋਰ ਬੇਅੰਤ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਜਾਣੀਆਂ। ਉਪਾਇਨ ਕਹਿੰਦੇ ਨੇ ਗਿਫਟਸ, ਜਿਵੇਂ ਆਪਾਂ ਕਹਿ ਲੈਂਦੇ ਹਾਂ, ਠੀਕ ਹੈ। ਤੇ ਨਿਜ ਸਿਰ ਗਮਨੋ ਤਿਸ ਥਾਮ, ਕਹਿੰਦੇ ਸਿਰ ਤੋਂ, ਨਿਜ ਸਿਰ, ਸਿਰ ਤੇ ਧਰ ਕੇ ਲੈ ਕੇ ਜਾਓ ਸਾਰਾ ਲੰਗਰ। ਕੀ ਮੋਟੇ ਪ੍ਰਸ਼ਾਦੇ, ਤੇ ਗੰਢਾ, ਤੇ ਲੱਸੀ, ਤਿੰਨੋਂ ਚੀਜ਼ਾਂ। ਤੇ ਪਾਇਨ ਨਗਨ, ਪੈਰਾਂ ਤੋਂ ਨੰਗੇ ਹੋ ਕੇ, ਸਿਰ ਦੇ ਉੱਤੇ ਪ੍ਰਸ਼ਾਦੇ ਰੱਖ ਕੇ, ਬੜੇ ਸਤਿਕਾਰ ਨਾਲ ਲੈ ਕੇ ਜਾਓ। ਅਜ ਗਿਨਤੀ ਬਿਨਤੀ ਕੋ ਭੰਨਿ ਹੈ, ਹੋਏ ਕਿਰਪਾਲ ਤਬ ਸਭ ਗੁਣ ਰਾਸ। ਤੇ ਗਿਣਤੀ ਮਿਣਤੀ 'ਚ ਨਹੀਂ ਪੈਣਾ, ਵੀ ਦਾਸੀ ਦਾਸੀਆਂ ਨੂੰ ਲੈ ਕੇ ਜਾਣਾ ਹੈ, ਆਪਾਂ ਆਪਣਾ ਆਰਾਮ ਦੇਖਣਾ ਹੈ, ਗਿਣਤੀ ਮਿਣਤੀਆਂ 'ਚ ਨਹੀਂ ਪੈਣਾ, ਪ੍ਰੇਮ ਦੇ ਨਾਲ ਜਾਣਾ। ਸਵੇਰੇ ਬਾਣੀ ਪੜ੍ਹ ਕੇ ਪ੍ਰਸ਼ਾਦਾ ਬਣਾਉਣਾ, ਤੇ ਹੋਏ ਕਿਰਪਾਲ ਤਬ ਸਭ ਗੁਣ ਰਾਸ, ਤੁਹਾਡੇ ਤੇ ਗੁਰੂ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਹੋਵੇਗੀ। ਦੇਹ ਸੁਬਾਰੇ ਕੋ ਇੱਛਾ ਪੂਰ ਹੈ, ਲਖਹ ਨਿਸੰਸੈ ਲਿਹੁ ਸੁਤ ਆਸ। ਕਹਿੰਦੇ ਕਿਰਪਾਲੂ ਹੋਣਗੇ, ਤੁਹਾਡੇ ਕਾਰਜ ਰਾਸ ਹੋਣਗੇ। ਕਿੱਦਾਂ ਦੇ ਕਾਰਜ ਰਾਸ ਹੋਣਗੇ? ਦੇਹੋ ਸੁਬਰ ਕੋ ਇੱਛਾ ਪੂਰ ਹੈ, ਤੁਹਾਡੇ ਮਨ ਦੀਆਂ ਇੱਛਾ ਪੂਰੀਆਂ ਹੋਣਗੀਆਂ, ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਇਸ ਗੱਲ ਨੂੰ ਨਿਸੰਸੈ ਹੋ ਕੇ, ਕੋਈ ਡਾਊਟ ਨਾ ਰੱਖੋ ਮਨ ਦੇ ਅੰਦਰ, ਤੇ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਅਤਿ ਉੱਤਮ ਹੋਏ ਬਲੀ ਬਿਲੰਦ ਹੈ, ਸੇਵ ਹੈ ਜਿਤਕ ਬਨਹਿ ਸਮਦਾਸ।
ਕਹਿੰਦੇ ਬਹੁਤ ਹੀ ਜਿਤਨੇ ਉੱਤਮ ਮਹਾਬਲੀ ਲੋਕ ਹੋਣਗੇ ਉਹ ਸੇਵਾ ਕਰਨਗੇ ਦਾਸ ਸਮਾਨ ਹੋ ਕੇ। ਕਹਿੰਦੇ ਕੋਈ ਵੀ ਹੋਵੇ ਵਿਅਕਤੀ ਜੋ ਸਾਧੂਆਂ ਦੇ ਸੰਤਾਂ ਦੀ ਸੇਵਾ ਕਰਦਾ ਹੈ, ਸੇਵਕ ਜਿਤਕ ਬਣੈ ਸਮਦਾਸ, ਤੇ ਉਹ ਸੰਤਾਂ ਦੀ ਜਦੋਂ ਸੇਵਾ ਕਰਦਾ ਹੈ। ਸੁਨ ਆਨੰਦ ਕਿਆ ਮਨਹੁ ਆਨੰਦ ਭਾ, ਨੀਠ ਨੀਠ ਨਿਸਕੀਨ ਬਤੀਤ। ਇਸ ਪ੍ਰਕਾਰ ਉੱਪਰਲੀ ਪੰਕਤੀ ਦੇ ਅਤ ਉੱਤਮ ਹੋਏ ਬਲੀ ਬਿਲੰਦਹ ਦੇ ਅਰਥ ਰਹਿ ਗਏ ਸੀ। ਕਹਿੰਦੇ ਕੋਈ ਵਿਅਕਤੀ ਬਹੁਤ ਉੱਤਮ ਹੋਵੇ, ਉਹ ਬਹੁਤ ਬਲੀ ਹੋਵੇ, ਪਰ ਜਦੋਂ ਸੇਵਾ ਕਰਦੇ ਹੋਵੇ ਆਪਣੇ ਆਪ ਨੂੰ ਦਾਸ ਸਮਝ ਕੇ ਸੇਵਾ ਕਰੇ। ਇਹ ਗੱਲ ਕਿਉਂ ਕਹੀ ਪਾਤਸ਼ਾਹ ਨੇ? ਕਿਉਂਕਿ ਮਾਤਾ ਗੰਗਾ ਜੀ ਗੁਰੂ ਦੀ ਸੁਪਤਨੀ ਨੇ, ਗੁਰੂ ਰਾਮਦਾਸ ਮਹਾਰਾਜ ਦੀ ਨੂੰਹ ਨੇ, ਹੈਨਾ, ਤੇ ਉਹ ਬਹੁਤ ਸਤਿਕਾਰਯੋਗ ਨੇ। ਤੇ ਉਹ ਗੁਰੂ ਅਰਜਨ ਦੇਵ ਕਹਿ ਰਹੇ ਨੇ ਸੱਚੇ ਪਾਤਸ਼ਾਹ ਵੀ ਆਪਣੇ ਮਨ ਦੇ ਅੰਦਰ ਉਹ ਵੀ ਫੀਲਿੰਗ ਨਹੀਂ ਲੈ ਕੇ ਜਾਣੀ, ਬੜੇ ਪ੍ਰੇਮ ਦੇ ਨਾਲ ਨਿਰਮਲ ਮਨ ਦੇ ਨਾਲ ਜਾਣਾ ਹੈ। ਤੇ ਨਿਰਮਲ ਮਨ ਦੇ ਨਾਲ ਗੁਰਬਾਣੀ ਪੜ੍ਹਦੇ ਹੋਏ ਸਿੱਖ ਸਿਰ ਤੇ ਪ੍ਰਸ਼ਾਦੇ ਰੱਖ ਕੇ, ਕੇਸ਼ੀ ਇਸ਼ਨਾਨ ਕਰਕੇ, ਚੂਲਾ ਚੌਂਖਾ ਪਵਿੱਤਰ ਕਰਕੇ, ਵਾਹਿਗੁਰੂ 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 ਜਪਦੇ ਹੋਏ ਪ੍ਰੇਮ ਦੇ ਨਾਲ ਪ੍ਰਸ਼ਾਦਾ ਲੈ ਕੇ ਜਾਓ ਤੇ ਤੁਹਾਡੀ ਸਾਰੀ ਕਾਮਨਾਵਾਂ ਪੂਰਨ ਹੋਣਗੀਆਂ। ਸੁਨ ਸੁਨ ਆਨੰਦ। ਆਨੰਦ ਕਿਆ ਮਨਹੁ ਆਨੰਦ ਭਾ, ਨੀਠ ਨੀਠ ਨਿਸਕੀਨ ਬਤੀਤ। ਕਹਿੰਦੇ ਮਨ ਵਿੱਚ ਬਹੁਤ ਆਨੰਦ ਹੋਇਆ, ਮਨੋਂ ਆਨੰਦ ਭਾ ਹੋਇਆ, ਨੀਠ ਨੀਠ ਨਿਸ ਕਹਿੰਦੇ ਨੇ ਰਾਤ ਨੂੰ। ਇਸ ਤਰ੍ਹਾਂ ਮਾਤਾ ਜੀ ਬੜੇ ਉਤਸ਼ਾਹ ਦੇ ਨਾਲ ਰਾਤ ਨੂੰ ਵਿਸ਼ਰਾਮ ਕੀਤਾ, ਬਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਬਣਾਵਾਂਗੀ। ਜਾਗਰਤ ਰਹੀ ਚੌਂਪ ਅਤ ਉਪਜੀ, ਅੰਮ੍ਰਿਤ ਵੇਲਾ ਮੱਝ ਨਕੀਤ। ਕਹਿੰਦੇ ਜਾਗ ਗਏ, ਅੰਮ੍ਰਿਤ ਵੇਲੇ ਮਾਤਾ ਜੀ ਉੱਠੇ, ਬੜੀ ਚੁਸਤੀ ਦੇ ਨਾਲ ਸਰੀਰ ਨੂੰ ਫੁਰਤ ਕਰਕੇ, ਜਿਵੇਂ ਅਸੀਂ ਕਹਿੰਦੇ ਨਾ ਮੈਂ ਫਰੈਸ਼ ਉੱਠਿਆ, ਬਿਲਕੁਲ ਮਾਤਾ ਜੀ ਫਰੈਸ਼ ਉੱਠੇ ਤੇ ਮਾਤਾ ਜੀ ਨੇ ਬੜੇ ਪ੍ਰੇਮ ਦੇ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਸੁੰਦਰ ਅੰਨ ਸੁਧਾਰਿਓ ਰੁਚ ਕਰ, ਪੀਸਨ ਲੱਗੀ ਆਪ ਉਠ ਪ੍ਰੀਤ। ਕਹਿੰਦੇ ਸੋਹਣਾ ਅੰਨ ਤਿਆਰ ਕੀਤਾ, ਅੱਧਾ ਕਣਕ ਲੈ ਕੇ, ਅੱਧੇ ਛੋਲੇ ਲੈ ਕੇ ਆਟਾ ਪੀ ਲਿਆ, ਤੇ ਮਾਤਾ ਜੀ ਜਦੋਂ ਆਟਾ ਪੀ ਰਹੇ ਨੇ ਤਦੋਂ ਬਾਣੀ ਪੜ ਰਹੇ ਨੇ। ਦਾਸੀ ਜਾਚ ਰਹੀ ਬਹੁ ਤੇਰੀ, ਤਰਜ ਤਰਜ ਬਰਸੀ ਦਿਠ ਦਿਟ ਚੀਤ। ਦ੍ਰਿੜ ਚੀਤ, ਇਹਦਾ ਡਿਡ ਅਰਥ ਹਾਂ ਇਹਦਾ ਅਰਥ ਦ੍ਰਿੜ ਹੋਏਗਾ ਵੈਸੇ, ਮਤਲਬ ਇਹ ਪਰ ਪਾਠ ਦ੍ਰਿੜ ਹੀ ਆਇਆ, ਠੀਕ ਹੈ। ਦਾਸੀ ਜਾਚ ਰਹੀ ਬਹੁ ਤੇਰੀ, ਦਾਸੀਆਂ ਕਹਿੰਦੀਆਂ ਮਾਤਾ ਜੀ ਤੁਸੀਂ ਕਿਉਂ ਕਣਕ ਤੇ ਛੋਲੇ ਪੀਸਦੇ ਹੋ, ਅਸੀਂ ਤੁਹਾਡੀ ਦਾਸੀਆਂ, ਦਾਸੀਆਂ ਕੰਮ ਨਹੀਂ ਕਰਨ ਦਿੰਦੀਆਂ। ਪਰ ਮਾਤਾ ਉਹਨਾਂ ਨੂੰ ਪਰੇ ਕਰ ਦਿੰਦੀ ਹੈ। ਤਰਜ ਤਰਜ ਬਰਸੀ ਦ੍ਰਿੜ ਚੀਤ, ਪਰ ਮਾਤਾ ਉਹਨਾਂ ਨੂੰ ਵਰਜ ਕੇ ਆਪਣੇ ਹਿਰਦੇ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਵਿਸ਼ਵਾਸ ਰੱਖ ਕੇ ਵੀ ਸੇਵਾ ਮੈਂ ਕਰਾਂਗੀ, ਬੜੇ ਪ੍ਰੇਮ ਦੇ ਨਾਲ ਆਟਾ ਪੀ ਕੇ ਹੁਣ ਪ੍ਰਸ਼ਾਦੇ ਤਿਆਰ ਕਰਨ ਲੱਗੇ ਨੇ। ਵਾਹਿਗੁਰੂ। ਆਪਹਿ ਕਰੀ ਪਕਾਵਨ ਕ੍ਰਿਤ ਜਤ, ਪੰਚਨ ਕੋ ਪ੍ਰਸਾਦ ਕਰ ਤਿਆਰ। ਹੁਣ ਮਾਤਾ ਜੀ ਨੇ ਆਪਹਿ ਕਰੀ ਪਕਾਵਨ ਕ੍ਰਿਤ ਜਤ, ਘਿਓ ਪਾ ਕੇ, ਮੋਟੇ ਕ੍ਰਿਤ ਕਹਿੰਦੇ ਨੇ, ਪਵਿੱਤਰਤਾ ਦਾ ਅਰਥ ਵੀ ਹੈ ਕ੍ਰਿਤ ਹੈ, ਤੇ ਘਿਓ ਦਾ ਅਰਥ ਵੀ ਪਵਿੱਤਰ ਹੈ। ਪਵਿੱਤਰਤਾ ਦੇ ਨਾਲ ਘਿਓ ਪਾ ਕੇ ਪ੍ਰਸ਼ਾਦੇ ਤਿਆਰ ਕੀਤੇ। ਪਹਿਲੀ ਪੰਕਤੀ ਦਾ ਅਰਥ ਪੰਚਨ ਕੋ ਪ੍ਰਸਾਦ ਕਰ ਤਿਆਰ। ਹੁਣ ਉੱਥੇ ਮਾਤਾ ਜੀ ਨੇ ਇੱਥੇ ਪੰਚਨ ਦਾ ਅਰਥ ਦੋ ਤਰ੍ਹਾਂ ਲੈਣਾ ਹੈ, ਵੀ 5 ਸਿੰਘਾਂ ਲਈ ਪ੍ਰਸ਼ਾਦਾ ਤਿਆਰ ਕਰ ਲਿਆ, ਇੱਕ ਮੁੱਖ ਅਰਥ। ਦੂਸਰਾ ਅਰਥ 5 ਚੀਜ਼ਾਂ ਦਾ, ਕਿਹੜੀ ਕਿਹੜੀਆਂ? ਪ੍ਰਸ਼ਾਦੇ, ਗੰਡਾ ਤੇ ਛਾਛ, ਘਿਓ ਪਾ ਕੇ, ਤੇ ਉਹਦੇ ਬਾਅਦ ਮਿਸ਼ਟਾਨ ਪ੍ਰਸ਼ਾਦ, 5 ਦਾ ਪ੍ਰਸ਼ਾਦ ਤਿਆਰ ਕਰ ਲਿਆ। ਪੰਚਨ ਕੋ ਪ੍ਰਸ਼ਾਦ ਕਰ ਤਿਆਰ, ਪੰਚਨ ਕੋ, ਪੰਚਨ ਦੇ ਦੋਨੋਂ ਅਰਥ ਲੱਗਦੇ ਨੇ ਇੱਥੇ, ਤੇ ਉਪਰੰਤ ਫੇਰ ਮਾਤਾ ਜੀ ਆ ਤਿਆਰ ਕਰਕੇ ਛਾਛ ਧੂਪ ਦੇ ਸੰਘਨੀ ਸਵਾਦਲ, ਗੱਠੇ ਸਹਿਜ ਨਿਜ ਸਿਰ ਭਰ ਧਾਰੇ। ਠੀਕ ਹੈ ਜੀ। ਜਦੋਂ ਸੱਸੇ ਦੇ ਪੈਰ 'ਚ ਵਾਵਾ ਹੋਵੇ ਅਸੀਂ ਉਹਨੂੰ ਪੜਨਾ ਸੱਸੇ ਔਂਕੜ ਤੇ ਐੜਾ ਸੁਆਦਲ, ਠੀਕ ਹੈ ਜੀ। ਤੇ ਛਾਛ ਧੂਪ ਤੇ ਸੰਘਣੀ ਸੁਆਦਲ, ਕਹਿੰਦੇ ਮਾਤਾ ਨੇ ਗਾੜੀ ਲੱਸੀ ਬਣਾ ਲਈ, ਠੀਕ ਹੈ, ਤੇ ਧੂਪ ਦੇ ਤੇ ਉਸ ਤੋਂ ਬਾਅਦ ਪਵਿੱਤਰਤਾ ਦੇ ਨਾਲ ਸੰਘਣੀ ਕਰ ਲਈ। ਗੱਠੇ ਸਹਿਜ ਨਿਜ ਸਿਰ ਪਰ ਧਾਰ, ਤੇ ਸਭ ਤੋਂ ਪਹਿਲਾਂ ਹੱਥ 'ਚ ਲੱਸੀ ਲੈ ਲਈ, ਇੱਕ ਹੱਥ 'ਚ, ਤੇ ਪ੍ਰਸ਼ਾਦੇ ਸੀਸ ਦੇ ਉੱਤੇ ਰੱਖ ਕੇ, ਗੰਢਾ ਰੱਖ ਕੇ ਉੱਪਰ ਹੱਥ ਰੱਖ ਲਿਆ ਤਾਂ ਕਿ ਬਈ ਉਹ ਗਿਰਨ ਨਾ।
ਤੇ ਮਾਤਾ ਨੰਗੇ ਪੈਰ ਚੱਲ ਪਈ। ਚਰਨ ਨਗਨ ਗਮਨੀ ਤਬ ਮਾਰਗ, ਦਾਸੀ ਦੋ ਇੱਕ ਚਲੀ ਪਿਛਾਰ। ਤੇ ਅੱਜ ਹੁਣ ਗੜਬੈਲਿਆਂ ਤੇ ਨਹੀਂ ਗਏ, ਰੱਥਾਂ ਤੇ ਨਹੀਂ ਗਏ, ਪਾਲਕੀਆਂ ਤੇ ਨਹੀਂ ਗਏ, ਬਹੁਤ ਬੰਦੇ ਲੈ ਕੇ ਨਹੀਂ ਗਏ, ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ, ਸਵੇਰੇ 4, 4:30 ਦਾ। ਤੇ ਮਾਤਾ ਜੀ ਸਿਰਫ 2 ਕੁ ਦਾਸੀਆਂ ਨੂੰ ਨਾਲ ਲੈ ਕੇ ਨੰਗੇ ਪੈਰ ਗਏ। ਅਪਰ ਬਰਜ ਕਰ ਸਰਬ ਹਟਾਏ, ਤਉ ਦੂਰ ਹੋਏ ਗਮਨੇ ਲਾਰ। ਮਾਤਾ ਜੀ ਨੇ ਸਾਰਿਆਂ ਨੂੰ ਦੂਰ ਢਾ ਦਿੱਤਾ ਤੇ ਸਾਰਿਆਂ ਨੂੰ ਇੱਕ ਪਾਸੇ ਨਾ ਲਾਈਨ ਲਵਾ ਕੇ ਪਿੱਛੇ ਕਰਕੇ ਤੇ 3 ਬੰਦੇ, 2 ਦਾਸੀਆਂ ਤੇ ਇੱਕ ਮਾਤਾ ਪ੍ਰਸ਼ਾਦਾ ਲੈ ਕੇ ਚੱਲ ਪਈ। ਭਇਓ ਸ਼ਰਮ ਗਮਨੀ ਜਬ ਮਾਰਗ, ਤਉ ਨ ਲਿਆਵਤ ਭੀ ਮਨ ਮਾਹੇ। ਕਹਿੰਦੇ ਮਾਤਾ ਜੀ ਨੂੰ ਕੋਈ ਥਕਾਵਟ ਹੀ ਨਹੀਂ ਹੋ ਰਹੀ, ਕਿਉਂਕਿ ਉਤਸ਼ਾਹ ਹੈ ਨਾ ਵੀ ਪੁੱਤਰ ਦਾ ਵਰ ਲੈਣ ਚੱਲੇ ਨੇ। ਤੇ ਜਦੋਂ ਹੁਣ ਸਾਨੂੰ ਵੀ ਉਤਸ਼ਾਹ ਹੋਏ, ਮੰਨ ਲਓ ਆਪਾਂ ਸਵੇਰੇ ਹੁਣ ਪੰਜਾਬ ਜਾਣਾ ਹੈ ਕੈਨੇਡਾ ਤੋਂ, ਸਾਨੂੰ ਕਿੰਨਾ ਉਤਸ਼ਾਹ ਹੁੰਦਾ ਹੈ। ਆਪਾਂ ਨੂੰ ਉਸ ਦਿਨ 17-18 ਘੰਟੇ ਦੀ ਫਲਾਈਟ ਦੀ ਥਕਾਵਟ ਨਹੀਂ ਹੁੰਦੀ ਵੀ ਦਰਬਾਰ ਸਾਹਿਬ ਦਰਸ਼ਨ ਕਰਨੇ ਨੇ। ਮਾਤਾ ਨੂੰ ਸੀ ਵੀ ਪੁੱਤਰ ਮਿਲਣਾ ਹੈ ਨਾ, ਤੇ ਥਕਾਵਟ ਹੀ ਨਹੀਂ ਹੋਈ ਮਾਤਾ ਨੂੰ। ਤਾਂ ਉਹ ਨਾ ਲਿਆਵਨ ਭੀ ਮਨ ਮਾਹੇ, ਥਕਾਵਟ ਮਨ ਦੇ ਵਿੱਚ ਵੀ ਨਹੀਂ ਲਿਆਈ ਮਾਤਾ। ਸੀਸ ਉਠਾਇਓ ਦੁਖ ਤੇ ਭਇਓ ਬਹੁ, ਗਿਨਹਿ ਨਹੀਂ ਚਿਤ ਚੌਂਪ ਸੋ ਤਾਹੇ। ਕਹਿੰਦੇ ਮਾਤਾ ਜੀ ਨੇ ਗਿਣਤੀ ਜਿਹੜੀ ਸੀਗੀ ਉਹ ਮਨ ਚ ਹੀ ਨਹੀਂ ਲਿਆਈ, ਕੋਈ ਗਿਣਤੀ ਨਹੀਂ ਲਿਆਈ ਮਾਤਾ ਵੀ ਲੰਬਾ ਪੈਂਡਾ ਹੈ, ਤੁਰ ਕੇ ਕਿੱਦਾਂ ਜਾਵਾਂਗੇ, ਸਵੇਰੇ ਉੱਠ ਗਏ ਆ, ਥੱਕ ਗਏ ਆ, ਹੁਣ ਥੋੜੀ ਦੇਰ ਆਰਾਮ ਕਰ ਲਈਏ ਫੇਰ ਪ੍ਰਸ਼ਾਦੇ ਦੇਣ ਜਾਵਾਂਗੇ ਨਾ, ਕੋਈ ਚਿੰਤਾ ਨਹੀਂ। ਮਹਿਮਾ ਸੀ ਕਿੱਥੇ ਪੜ ਰਹੇ ਸੀ ਜੀ, ਗਿਣਤੀ ਨਹੀਂ ਚੌਂਪ ਸੋ ਤਾਹੇ, ਕੋਈ ਗਿਣਤੀ ਨਹੀਂ ਮਨ ਚ ਗਿਣੀ। ਹਾਂਜੀ, ਅਗਲੀ ਪੰਕਤੀ ਕਿਹੜੀ ਸੀ? ਕਿ ਗਿਨਹਿ ਮਹਿਮ ਨਹੀਂ ਚਿਤ ਚੌਂਪ ਸੋ ਤਾਹੇ, ਮਹਿਮਾ ਸਿੱਖਣ ਕੀ ਕੀ ਬੜ ਵੱਡ ਪਰਖਤ। ਪਰਖਤ। ਤੇ ਮਹਿਮਾ ਸਿੱਖਾਂ ਦੀ ਪਰਖਣ ਦੇ ਲਈ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਜੀ ਨੂੰ ਘੱਲਿਆ ਹੈ। ਤਰਹਿ ਭਾਵ ਗੁਰ ਸੇਵਕ ਮਾਹੇ। ਹਾਂਜੀ, ਤੇ ਮਹਿਮਾ ਸਿੱਖਣ ਕੀ ਬੜ ਪਰਖਤ, ਬਾਬਾ ਬੁੱਢਾ ਜੀ ਦੀ ਵੀ ਅੱਜ ਮਹਿਮਾ ਦੀ ਵਡਿਆਈ ਹੋਣ ਲੱਗੀ ਹੈ ਨਾ। ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਵੀ ਵਰ ਦੇ ਸਕਦੇ ਸੀ, ਪਰ ਉਹਨਾਂ ਦੀ ਮਹਿਮਾ ਕਰਾਉਣ ਦੇ ਲਈ ਗੁਰੂ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਭੇਜਿਆ। ਧਰੈ ਭਾਵ ਗੁਰ ਸੇਵਕ ਮਾਹੇ, ਕਹਿੰਦੇ ਗੁਰੂ ਦੀ ਤੇ ਸਿੱਖ ਦੀ, ਦੋਨਾਂ ਦੀ, ਗੁਰੂ ਸਾਹਿਬ ਵੀ ਪੁੱਤਰ ਦੇ ਸਕਦੇ ਨੇ, ਬਾਬਾ ਬੁੱਢਾ ਜੀ ਵੀ ਪੁੱਤਰ ਦੇ ਸਕਦੇ ਨੇ, ਪਰ ਗੁਰੂ ਸਾਹਿਬ ਮਹਾਰਾਜ ਵਡਿਆਈ ਆਪਣੇ ਸਿੱਖ ਨੂੰ ਦੇ ਰਹੇ ਨੇ। ਕੌਣ ਵਸਤ ਹੈ ਦੁਰਲਭ ਤਿਨਹੁ ਕਹੋ, ਧਨ ਪੁਰਖ ਸਭ ਬਿਖੈ ਕਹਾਹੇ। ਕਹਿੰਦੇ ਬਾਬਾ ਬੁੱਢਾ ਜੀ ਲਈ ਕੀ ਕੌਣ ਵਸਤ ਹੈ ਦੁਰਲਭ, ਦੁਰਲਭ ਕਹਿੰਦੇ ਨੇ ਵੀ ਔਖੀ ਕਿਹੜੀ ਵਸਤੂ ਹੈ ਦੇਣੀ ਸੰਸਾਰ ਤੇ, ਧਨ ਪਰ ਪੁਰਖ ਸਭ ਬਿਖੈ ਕਹਾਂ ਹੈ। ਧਨ ਨੇ ਬਾਬਾ ਬੁੱਢਾ ਜੀ, ਧਨ ਬਾਬਾ ਬੁੱਢਾ ਜੀ, ਧਨ ਬਾਬਾ ਬੁੱਢਾ ਜੀ, ਧਨ ਐਸੇ ਮਹਾਪੁਰਸ਼ ਨੇ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੇ ਉਹ ਮਹਾਪੁਰਸ਼ ਧਨ ਨੇ, ਸਭ ਸਭ ਬਿਖੈ ਕਹਾਂ ਹੈ, ਤੇ ਸਾਰੇ ਉਹਨਾਂ ਨੂੰ ਮਹਾਂਪੁਰਸ਼ ਕਹਿੰਦੇ ਨੇ। ਕੌਣ ਵਸਤ ਹੈ ਦਿਲਬ ਤਿਨਹੂ ਕੋ, ਕਿਹੜੀ ਵਸਤ ਹੈ ਸੰਸਾਰ ਤੇ ਜਿਹੜੇ ਬਾਬਾ ਬੁੱਢਾ ਜੀ ਨਹੀਂ ਦੇ ਸਕਦੇ। ਪਹੁੰਚੀ ਜਾਏ ਸੋ ਬੀਚ ਬੀੜ ਕੇ, ਆਗੇ ਬ੍ਰਿਧ ਸੋ ਛੁਦਤ ਵਿਸਾਲ। ਕਹਿੰਦੇ ਬਾਬਾ ਬੁੱਢਾ ਜੀ ਦੇ ਕੋਲ ਹੁਣ ਮਾਤਾ ਗੰਗਾ ਜੀ ਪਹੁੰਚਦੇ ਨੇ, ਬੀੜ ਬਾਬੇ ਬੁੱਢੇ ਕੀ ਵਿਖੇ, ਤੇ ਅੱਗੋਂ ਮਾਤਾ 4 ਵਜੇ ਦੀ ਚੱਲੀ ਹੋਈ, ਤੇ ਬੀੜ ਬਾਬੇ ਬੁੱਢੇ ਕੀ ਤੋਂ ਜੇ ਆਪਾਂ ਤੁਰ ਕੇ ਜਾਈਏ ਸਾਨੂੰ 2-2.5 ਘੰਟੇ ਲੱਗ ਜਾਂਦੇ ਨੇ, ਤੇ ਮਾਤਾ ਜੀ ਨੂੰ ਵੀ ਲੱਗ ਗਏ 2-2.5-3 ਘੰਟੇ। ਤੇ ਮਾਤਾ ਜਦੋਂ ਪਹੁੰਚੀ ਸਵੇਰੇ 4 ਵਜੇ ਦੀ ਤੁਰੀ, ਸਵੇਰੇ 7 ਵਜੇ ਪਹੁੰਚੀ। ਅੱਗੋਂ ਬਾਬਾ ਬੁੱਢਾ ਜੀ ਵੀ ਬਾਣੀ ਪੜ੍ਹ ਕੇ ਖੇਤਾਂ ਚੋਂ ਆ ਰਹੇ ਸੀ, ਉਹ ਵੀ ਥੱਕੇ ਹੋਏ ਸੀਗੇ, ਕਿਉਂਕਿ ਜਿਵੇਂ ਆਪਾਂ ਬੀਜ ਪਾਣਾ ਹੈ, ਹੱਲ ਵਾਹਣਾ ਹੈ, ਖੇਤੀ ਕਰਨੀ ਹੈ, ਉਹਦੇ ਲਈ ਅੰਮ੍ਰਿਤ ਵੇਲਾ ਸਭ ਤੋਂ ਸਹੀ ਮੰਨਿਆ ਜਾਂਦਾ। ਤੇ ਬਾਬਾ ਜੀ ਵੀ ਖੇਤਾਂ ਚੋਂ ਕੰਮ ਕਰਕੇ ਆ ਰਹੇ ਸੀ। ਬਿਰਧ ਸੋ ਛੁਦਤ ਕਹਿੰਦੇ ਨੇ ਭੁੱਖ ਲੱਗਣਾ, ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ। ਹਾਂਜੀ, ਅਗਲਾ ਸਿੰਘ ਪੜ੍ਹ ਲਓ, 10 ਪੂਰੇ ਹੋ ਗਏ ਤਾਂ। ਭਾਈ ਮਨਜਿੰਦਰ ਸਿੰਘ ਤੁਸੀਂ ਪੜ੍ਹ ਲਓ ਅੱਗੇ, ਜਾਂ ਕੋਈ ਵੀ ਸਿੰਘ ਪੜ੍ਹ ਲਓ ਜਿਹੜਾ ਤਿਸ ਨਿਸ ਨਹਿ ਭੋਜਨ ਕੋ ਕੀਨਸ। ਅੱਛਾ ਜੀ, ਅੱਛਾ ਠੀਕ ਹੈ। ਯੁਵਰਾਜ ਸਿੰਘ ਤੁਸੀਂ ਪੜ੍ਹ ਲਓ, ਠੀਕ ਹੈ। ਤਿਸ ਨਿਸ ਨਹਿ ਭੋਜਨ ਕੋ ਕੀਨਸ, ਅਦਿਕ ਤ੍ਰਿਖਤ ਬੈਠਿਓ ਤਿਸ ਕਾਲ। ਕਹਿੰਦੇ ਤਿਸ ਨਿਸ ਨਹਿ ਭੋਜਨ ਕੋ ਕੀਨਸ, ਬਾਬਾ ਬੁੱਢਾ ਜੀ ਨੇ ਰਾਤੀ ਵੀ ਨਹੀਂ ਪ੍ਰਸ਼ਾਦਾ ਛਕਦੇ, ਬਾਬਾ ਬੁੱਢਾ ਜੀ ਇੱਕ ਵੇਲੇ ਪ੍ਰਸ਼ਾਦਾ ਛਕਦੇ ਸੀਗੇ, ਤੇ ਉਹ ਪ੍ਰਸ਼ਾਦਾ ਉਹਨਾਂ ਨੇ ਰਾਤ ਦਾ ਵੀ ਨਹੀਂ ਛਕਿਆ ਹੋਇਆ ਸੀਗਾ। ਤ੍ਰਿਖਤ ਕਹਿੰਦੇ ਨੇ, ਤ੍ਰਿਖਾ ਪਿਆਸ ਨੂੰ ਵੀ ਕਹਿੰਦੇ ਨੇ, ਤ੍ਰਿਖਤ ਭੁੱਖ ਨੂੰ ਵੀ ਕਹਿੰਦੇ ਨੇ। ਕਹਿੰਦੇ ਅਧਿਕ ਭੁੱਖ ਲੱਗੀ ਹੋਈ ਸੀਗੀ,
ਤੇ ਬਾਬਾ ਬੁੱਢਾ ਜੀ ਉਸ ਵੇਲੇ ਹਾਂਜੀ ਪੜੋ ਯੁਵਰਾਜ ਸਿੰਘ ਪੜੋ। जब है गंग को आवत देखियो तत छिन उठियो प्रीत के नाल। ਕਹਿੰਦੇ ਜਦੋਂ ਮਾਤਾ ਗੰਗਾ ਜੀ ਨੂੰ ਆਂਦੇ ਦੇਖਿਆ ਤੇ ਬਾਬਾ ਬੁੱਢਾ ਜੀ ਐਵੇਂ ਪ੍ਰਸੰਨ ਹੋ ਗਏ ਜਿਵੇਂ ਪੁੱਤਰ ਆਪਣੀ ਮਾਂ ਨੂੰ ਦੇਖ ਕੇ ਪ੍ਰਸੰਨ ਹੋ ਜਾਂਦਾ ਤੇ ਉੱਠ ਕੇ ਖੜੇ ਹੋ ਗਏ। ਧਨ ਮਾਤ ਹੋ ਉਚਿਤ ਸਦਨ ਗੁਰ ਮਮ ਕਾਰਨ ਆਈ ਪਗ ਨਾਲ। ਬਾਬਾ ਬੁੱਢਾ ਜੀ ਕਹਿੰਦੇ ਧੰਨੋ ਮਾਤਾ ਗੰਗਾ ਜੀ ਤੁਸੀਂ, ਧੰਨੋ ਤੁਸੀਂ, ਧੰਨ ਤੁਹਾਡੀ ਕਮਾਈ, ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦਾ ਤਿਆਰ ਕਰਕੇ ਲਿਆਏ। ਉਚਿਤ ਸਦਨ, ਸਦਨ ਕਹਿੰਦੇ ਨੇ ਘਰ, ਤੁਸੀਂ ਗੁਰੂ ਘਰ ਦੇ ਸਤਿਕਾਰਯੋਗ ਗੁਰੂ ਅਰਜਨ ਦੇਵ ਜੀ ਦੇ ਮਹਿਲ ਹੋ, ਗੁਰੂ ਰਾਮਦਾਸ ਜੀ ਦੀ ਨੂੰਹ ਹੋ, ਮਮ ਕਾਰਨ ਆਈ ਪਗ ਨਾਲ, ਮੇਰੇ ਕਰਕੇ ਨੰਗੇ ਪੈਰ ਆਏ ਹੋ। ਡੋਰੇ ਸਿਯੰਦਨ ਜੋਗ ਗੁਮਨ ਹਿਤ ਪੁਨ ਲਿਆਈ ਸਿਰ ਭਾਰ ਉਠਾਏ। ਕਹਿੰਦੇ ਡੋਰੇ ਸਿੰਦਨ ਸਾਰੇ ਤੁਹਾਡੇ ਘਰ ਸੀਗੇ, ਪਾਲਕੀਆਂ ਸਿੰਦਨ ਪਾਲਕੀਆਂ, ਡੋਰੇ ਰੱਥ, ਰੱਥ ਤੁਹਾਡੇ ਘਰ ਸੀ, ਘੋੜੇ ਤੁਹਾਡੇ ਘਰ ਸੀ, ਗੜਬੈਲ ਸੀਗੇ, ਪਰ ਤੁਸੀਂ ਨੰਗੇ ਪੈਰ ਆਏ। ਤੁਸੀਂ ਸਾਰਾ ਕੁਝ ਲੈ ਕੇ ਵੀ ਆ ਸਕਦੇ ਸੀਗੇ। ਅੱਗੇ ਕੀ ਕਹਿੰਦੇ ਪੁੰਨ ਲਿਆਈ ਸਿਰ ਭਾਰ ਉਠਾਏ, ਤੇ ਤੁਹਾਡੇ ਘਰ ਦਾਸੀਆਂ ਵੀ ਸੀਗੀਆਂ, ਫਿਰ ਵੀ ਤੁਸੀਂ ਪ੍ਰਸ਼ਾਦੇ ਸਿਰ ਤੇ ਚੁੱਕ ਕੇ ਲਿਆਏ ਹੋ। ਕਾਇਓ ਨ ਆਸ ਪੂਰਨ ਹੋਏ ਤੇਰੀ ਸਭ ਤੇ ਬੜੀ ਬਹੁਰ ਇਮ ਆਏ। ਹੇ ਮਾਤਾ ਗੰਗਾ, ਕਿਉਂ ਨਾ ਤੇਰੀ ਆਸ ਪੂਰੀ ਹੋਵੇ, ਕਿਉਂ ਨਾ ਤੇਰੀ ਇੱਛਾ ਪੁੱਤਰ ਦੀ ਪੂਰੀ ਹੋਵੇ, ਸਭ ਤੇ ਵੱਡੀ ਬਹੁਰੇਮ ਆਏ। ਤੁਸੀਂ ਸਭ ਤੋਂ ਵੱਡੀ ਘਾਲਣਾ ਘਾਲੀ ਆ ਗੁਰੂ ਘਰ ਦੀ, ਜੋ ਨੰਗੇ ਪੈਰ ਚੱਲ ਕੇ ਆਏ ਹੋ ਪ੍ਰਸ਼ਾਦਾ ਛਕਾਣ ਆਪਣੇ ਪੁੱਤਰ ਬਾਬੇ ਬੁੱਢੇ ਨੂੰ। ਕਿਸੂ ਪ੍ਰਕਾਰ ਹੰਕਾਰ ਨ ਕੀਨਸ ਮਨ ਨੀਵੇ ਬਨ ਪ੍ਰੇਮ ਵਡਾਏ। ਮਾਤਾ ਤੁਸੀਂ ਕਿਸੇ ਗੱਲ ਦਾ ਹੰਕਾਰ ਨਹੀਂ ਰੱਖਿਆ ਤੇ ਆਪਣੇ ਮਨ ਨੂੰ ਪ੍ਰੇਮ ਚ ਲਿਆ ਕੇ ਮਨ ਨੀਵੇਂ ਬਨ ਪ੍ਰੇਮ ਵਡਾਏ, ਹੰਕਾਰ ਛੱਡ ਕੇ ਮਨ ਨੀਵਾ ਕਰਕੇ ਮੇਰੇ ਕੋਲ ਪ੍ਰਸ਼ਾਦਾ ਲੈ ਕੇ ਆਇਓ ਪ੍ਰੇਮ ਨਾਲ। ਇਮ ਕਹਿ ਮਿਲਿਓ ਉਤਾਰਿਓ ਸਿਰ ਤੇ ਮਾਤ ਜੋਰ ਕਰ ਨਮੋ ਕਰਾਏ। ਕਹਿ ਇਮ ਕਹਿ ਮਿਲਿਓ ਉਤਾਰਿਓ ਸਿਰ ਤੇ, ਸਿਰ ਤੋਂ ਉਤਾਰ ਦਿੱਤੇ ਪ੍ਰਸ਼ਾਦੇ ਤੇ ਮਾਤਾ ਨੇ ਹੱਥ ਜੋੜ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੂੰ। ਮੋਟ ਰੋਟ ਕਾ ਗਠੇ ਸੰਗ ਕਰ ਬ੍ਰਿਧ ਤਬ ਸਵਾਦਲ ਕਰ ਕਰ ਖਾਏ। ਬਾਬਾ ਬੁੱਢਾ ਜੀ ਨੂੰ ਭੁੱਖ ਲੱਗੀ ਸੀ, ਆਟੇ ਦੀ ਤੇ ਛੋਲਿਆਂ ਦੀ ਰੋਟੀ ਬਣੀ ਹੋਈ ਸੀ। ਬਾਬੇ ਬੁੱਢੇ ਜੀ ਨੇ ਦੋਨੋਂ ਹੱਥ ਨਾਲ ਬੁਰਕੀ ਤੋੜੀ, ਘਿਓ ਲਗਾਇਆ ਤੇ ਗੰਢਾ ਉੱਤੇ ਰੱਖ ਕੇ ਮੋਟ ਰੋਟ ਕਾ ਗਠੇ ਸੰਗ ਕਰ ਮੋਟ ਰੋਟਕਾ ਦਾ ਅਰਥ ਹੋ ਗਿਆ ਮੋਟੀ ਰੋਟੀਆਂ, ਗੱਠੇ ਦਾ ਅਰਥ ਹੋ ਗਿਆ ਪਿਆਜ਼ ਗੰਢੇ, ਬਿਰਧ ਤਬ ਸਵਾਦਲ ਕਰ ਕਰ ਖਾਏ। ਬਾਬਾ ਬੁੱਢਾ ਜੀ ਮੂੰਹ ਚ ਪਾਈ ਜਾਂਦੇ ਨੇ। ਪਾਨ ਛਾਛ ਕਰ ਕਬਰ ਪਾਏ ਮੁਖ ਰੋਚ ਕਰ ਭੋਜਨ ਰਹਿਓ ਅਗਾਏ। ਕਹਿੰਦੇ ਛਾਛ ਮਤਲਬ ਲੱਸੀ, ਬਾਬਾ ਬੁੱਢਾ ਜੀ ਨੇ ਲੱਸੀ ਪਾਈ, ਕਹਿੰਦੇ ਫਿਰ ਬੁਰਕੀ ਤੋੜ ਕੇ ਜਿਵੇਂ ਹੀ ਮੁੱਖ ਚ ਪਾਈ। ਸੁਤ ਕੋ ਛੁਦਤ ਜਨਨ ਜਬ ਜਾਨਤ ਤਬ ਤਜ ਕਰ ਤਿਸ ਕੋ ਤ੍ਰਿਪਤਾਏ। ਉਹ ਪਿਛਲੀ ਪੰਕਤੀ ਦਾ ਅਰਥ ਰਹਿ ਗਏ, ਰੁਚਕਰ ਭੋਜਨ ਰਹਿਓ ਅਗਾਏ। ਬਾਬਾ ਬੁੱਢਾ ਜੀ ਪੇਟ ਭਰ ਕੇ ਪ੍ਰਸ਼ਾਦਾ ਆਰਾਮ ਨਾਲ ਖਾ ਰਹੇ ਨੇ। ਸੁਤ ਕੋ ਛੁਦਤ, ਕਹਿੰਦੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਕਹਿੰਦੇ ਮੈਂ ਤੁਹਾਡਾ ਪੁੱਤਰ ਆ ਤੇ ਤੁਸੀਂ ਸੁਤ ਕੋ ਛੁਦਤ ਆਪਣੇ ਪੁੱਤਰ ਨੂੰ ਭੁੱਖਾ ਦੇਖਿਆ। ਛੁਦਤ ਦਾ ਅਰਥ ਹੁੰਦਾ ਭੁੱਖਾ। ਜਨਨ ਜਨਨੀ ਮਤਲਬ ਮਾਤਾ, ਜਬ ਜਾਨਤ ਜਦੋਂ ਮਾਤਾ ਆਪਣੇ ਪੁੱਤਰ ਨੂੰ ਭੁੱਖਾ ਦੇਖਦੀ ਹੈ, ਸਭ ਤਜ ਕਰ ਤਸ ਕੋ ਤ੍ਰਿਪਤਾਏ ਮਾਤਾ ਸਾਰੇ ਕੰਮ ਛੋੜ ਦਿੰਦੀ ਹੈ, ਪਹਿਲੇ ਆਪਣੇ ਪੁੱਤਰ ਨੂੰ ਰੋਟੀ ਖਵਾਉਂਦੀ ਹੈ। ਤਿਮਹਿ ਮਾਤਾ ਮੋਹ ਤ੍ਰਿਪਤਾਇਸ ਛੁਦਤ ਤ੍ਰਿਖਤ ਲਖ ਕੇ ਸਹਸਾਏ। ਕਹਿੰਦੇ ਇਸ ਪ੍ਰਕਾਰ ਫਿਰ ਮਾਤਾ ਨੇ ਲਖ ਕਹਿ ਸਹਸਾਏ, ਤਿਮਹਿ ਮਾਤਾ ਮੋਹਿ ਤ੍ਰਿਪਤ, ਤੁਸੀਂ ਮਾਤਾ ਮੈਨੂੰ ਪ੍ਰਸ਼ਾਦਾ ਛਕਾਇਆ। ਮੇਰੀ ਛੁਦਤ, ਛੁਦਤ ਕਹਿੰਦੇ ਨੇ ਪਿਆਸ ਨੂੰ, ਤ੍ਰਿਖਾ ਕਹਿੰਦੇ ਨੇ ਭੁੱਖ ਨੂੰ, ਲੱਖ ਕਹਿ ਸਹਿਸਾਏ ਮੇਰੀ ਪਿਆਸ ਵੀ ਦੂਰ ਕੀਤੀ ਲੱਸੀ ਪਿਆ ਕੇ, ਮੇਰੀ ਭੁੱਖ ਵੀ ਦੂਰ ਕੀਤੀ ਪ੍ਰਸ਼ਾਦਾ ਛਕਾ ਕੇ। ਗੰਗਾ ਸੁਨ ਕਰ ਬਨਾ ਬਖਾਨੀ। ਬਿਨਾ ਬਿਨਾ ਬਾਬਾ ਜੀ ਬਿਨਾ। ਗੰਗਾ ਸੁਨ ਕਰ ਬਿਨਾ ਬਿਖਾਨੀ ਸੁਖ ਚਤ ਦੀਨ ਮਨਾ ਕਰ ਜੋਰ। ਸੁਖਚਤ ਦੀਨ ਮਨਾ ਕਰ ਜੋਰ। ਗੰਗਾ ਸੁਣ ਕਰ, ਮਾਤਾ ਗੰਗਾ ਜੀ ਨੇ ਜਦੋਂ ਬਾਬਾ ਬੁੱਢਾ ਜੀ ਦੇਖੇ ਵੀ ਹੁਣ ਪ੍ਰਸੰਨ ਨੇ, ਬਿਲਕੁਲ ਸਹੀ ਵਕਤ ਹੈ ਪੁੱਤਰ ਮੰਗਣ ਦਾ। ਸੁਖਚਤ ਮਨ ਹੀ ਸੋਚਦੀ ਹੈ, ਦੀਨ ਮਨ ਨਿਮਰਤਾ ਦੇ ਅੰਦਰ ਆ ਕੇ ਹੱਥ ਜੋੜ ਕੇ ਮਾਤਾ ਬੋਲਣ ਲੱਗੀ।
गादी को मालिक शुभ बख्श हो, शरण परी दासी मैं तोर। हे बाबा बुੱਢਾ ਜੀ, 6ਵੀਂ ਗੱਦੀ ਦਾ ਵਾਰਸ ਬਖਸ਼ੋ। ਕਿਰਪਾ ਕਰੋ ਮਹਾਰਾਜ, ਗਾਦੀ ਕੋ ਮਾਲਕ ਸ਼ੁਭ ਬਖਸ਼ੋ। ਹੁਣ 6ਵੀਂ ਗੱਦੀ ਦਾ ਵਾਰਸ ਭੇਜੋ। ਸ਼ਰਨ ਪੈ ਗਈ ਹੈ ਗੰਗਾ ਤੁਹਾਰੀ ਮਹਾਰਾਜ, ਤੁਹਾਡੀ ਦਾਸੀ ਬਣ ਕੇ ਆਈ ਆ। ਬੜੀ ਸੇਵਾ ਭਾਵ ਦੇ ਨਾਲ ਆਈਆਂ, ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਨਾ। श्री नानक के दर्शन करता, सेवत पे गुर चरण निहोर। ਕਹਿੰਦੇ ਸ਼੍ਰੀ ਨਾਨਕ ਕੇ ਦਰਸ਼ਨ ਕਰਤਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਤੁਸੀਂ ਕੀਤੇ ਨੇ। ਤੁਸੀਂ ਸੇਵਤ ਭੇ ਗੁਰੂ ਚਰਨ ਨਿਹੋਰ, ਤੇ ਤੁਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਧੰਨ ਧੰਨ ਬਿਰਧ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਨੇ। ਮੇਰੇ ਸੋਹਰਾ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕੀਤੀ ਹੈ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਮੇਰੇ ਪਤੀ ਗੁਰਦੇਵ ਦੇ ਘਰ ਸੇਵਾ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੇ ਹੋ। ਕਿਰਪਾ ਕਰੋ ਬਾਬਾ ਬੁੱਢਾ ਜੀ। तुमरे समसर अपर न लखी, अत संकट अंधकार के भोर। ਹੇ ਬਾਬਾ ਬੁੱਢਾ ਜੀ, ਤੁਹਾਡੇ ਸਮਸਰ ਕਹਿੰਦੇ ਨੇ ਬਰਾਬਰ, ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਕਿਰਪਾ ਕਰੋ ਬਾਬਾ ਬੁੱਢਾ ਜੀ। ਕਿੱਥੇ ਪੜ ਹਾਂ, ਤੁਮਰੇ ਸਮਸਰ ਅਪੇਰ ਨਾ ਲਖੀ, ਹੋਰ ਕੋਈ ਹੈ ਨਹੀਂ। ਅਤ ਸੰਕਟ ਅੰਧਕਾਰ ਕੇ ਭੋਰ, ਤੁਸੀਂ ਸੰਕਟ ਰੂਪੀ ਅੰਧਕਾਰ ਦਾ ਸਵੇਰਾ ਆਪ ਹੋ। ਜੇ ਸੰਸਾਰ ਪੂਰਾ ਹਨੇਰੇ ਚ ਹੈ ਤੇ ਬਾਬਾ ਬੁੱਢਾ ਜੀ ਸੂਰਜ ਨੇ। ਕਿਰਪਾ ਕਰੋ ਬਾਬਾ ਬੁੱਢਾ ਜੀ, ਵਰ ਦਿਓ। भई अवज्ञा छिमहो गुरु सिख, सेव करन ते मैं अनजान। ਹੇ ਗੁਰੂ ਬਾਬਾ ਬੁੱਢਾ ਜੀ, ਮੇਰੇ ਤੋਂ ਵੱਗਿਆ ਹੋ ਗਈ ਪਿਛਲੀ ਵਾਰੀ, ਉਸਨੂੰ ਇੱਕ ਅਣਜਾਣ ਸਿੱਖ ਸਮਝ ਕੇ ਮਾਫ ਕਰ ਦਿਓ। ਸੇਵ ਕਰਨ ਤੇ ਮੈਂ ਅਣਜਾਣ, ਮੈਨੂੰ ਸੇਵਾ ਨਹੀਂ ਕਰਨੀ ਆਉਂਦੀ। ਮਾਤਾ ਗੰਗਾ ਜੀ ਬੋਲ ਰਹੇ ਨੇ, ਗੁਰੂ ਅਰਜਨ ਦੇਵ ਜੀ ਦੇ ਪਤਨੀ। ਮਨ 'ਚ ਕੋਈ ਹੰਕਾਰ ਨਹੀਂ। ਤੇ ਜਦੋਂ ਮਾਤਾ ਗੰਗਾ ਜੀ ਪ੍ਰੇਮ ਨਾਲ ਬਚਨ ਕਹੇ, केवल बड़े प्रेम को हेर हैं, नह कछु भूखे खान रूपान। ਹੇ ਬਾਬਾ ਬੁੱਢਾ ਜੀ, ਤੁਸੀਂ ਖਾਣ ਪੀਣ ਦੇ ਭੁੱਖੇ ਥੋੜੇ ਹੀ ਹੋ, ਤੁਸੀਂ ਤਾਂ ਪ੍ਰੇਮ ਦੇਖਦੇ ਹੋ। ਵੱਡਿਆਂ ਦਾ ਬਿਰਧ ਹੁੰਦਾ ਪ੍ਰੇਮ ਦੇਖਣਾ। ਕੇਵਲ ਵੱਡੇ ਪ੍ਰੇਮ ਕੋ ਹੇਰਾਂ, ਹੇਰਾਂ ਦੇ ਅਰਥ ਹੁੰਦਾ ਦੇਖਣਾ। ਨਹਿ ਕਛ ਭੂਖੇ ਖਾਨ ਰੂਪਾਨ, ਤੁਸੀਂ ਖਾਣ ਪੀਣ ਦੇ ਭੁੱਖੇ ਥੋੜੀ ਹੋ। कहत सुनत एम तृप्त्यो, वृद्ध तब करके चुरी पखारे पान। ਕਹਿੰਦੇ ਕਹਿੰਦੇ ਹੋਏ ਸੁਣਦੇ ਹੋਏ ਸਾਰੀ ਗੱਲ, ਪ੍ਰਸ਼ਾਦਾ ਵੀ ਛਕ ਲਿਆ, ਲੱਸੀ ਵੀ ਪੀ ਲਈ, ਢਿੱਡ ਭਰ ਗਿਆ। ਬਾਬਾ ਬੁੱਢਾ ਜੀ ਤ੍ਰਿਪਤੇ ਹੋ, ਢਿੱਡ ਭਰ ਗਿਆ। ਕਰਕੇ ਚੂਰੀ ਪਖਾਰੇ ਪਾਨ, ਅਸੀਂ ਚੁੱਲੀ ਨਹੀਂ ਕਰਦੇ ਰੋਟੀ ਖਾਣ ਤੋਂ ਬਾਅਦ। ਬਾਬਾ ਬੁੱਢਾ ਜੀ ਨੂੰ ਸਿੱਖ ਜਲ ਲਿਆਇਆ, ਹੱਥ ਧੋਆਏ। ਬਾਬਾ ਬੁੱਢਾ ਜੀ ਨੇ ਚੁੱਲੀ ਕਰਕੇ ਉਂਗਲੀ ਮਾਰੀ ਦੋਨੋਂ ਪਾਸੇ, ਤੇ ਚੁੱਲੀ ਕਰਕੇ ਪਖਾਰੇ ਪਾਨ, ਪਾਨ ਕਹਿੰਦੇ ਨੇ ਹੱਥਾਂ ਨੂੰ ਧੋਇਆ। तिस छिन बह्यो बाय बहु बल सो, जल धर गरज्यो गगन महान। ਕਹਿੰਦੇ ਜਿਵੇਂ ਹੀ ਬਾਬਾ ਬੁੱਢਾ ਜੀ ਨੇ ਹੱਥ ਧੋਏ ਨਾ, ਆਸਮਾਨ ਵੱਲ ਨਿਗਾਹ ਮਾਰੀ। ਕਹਿੰਦੇ ਕੀ ਹੋਇਆ? ਕਹਿੰਦੇ ਭਰੇ ਹੋਏ ਬੱਦਲ, ਪਾਣੀ ਦੇ ਕਾਲੇ ਬੱਦਲ, ਕਹਿੰਦੇ ਆਸਮਾਨ ਦੇ ਅੰਦਰ ਗਰਜੇ ਤੇ ਬਿਜਲੀ ਗਰਜੀ। ਜਲ ਧਰ ਗਰਜਿਓ, ਜਲ ਨੂੰ ਪਕੜਨ ਵਾਲਾ ਕੌਣ ਹੈ? ਬੱਦਲ। ਜਲ ਧਰ ਗਰਜਿਓ, ਗਗਨ ਮਹਾਨ, ਬਹੁਤ ਜ਼ਿਆਦਾ ਗਰਜਾਹਟ ਹੋਈ। ਤੇ ਤਿਸ ਛਿਨ ਬਹਿਓ ਵਾਯੂ ਬਹੁ ਬਲ ਸੋ, ਬਹੁਤ ਤੇਜ਼ ਹਵਾ ਚੱਲਣ ਲੱਗ ਪਈ। ਹਾਂਜੀ ਹਾਂਜੀ, ਭੋਗ ਪਾਣਾ ਜੀ। ਕਿ ਪੰਜ ਕੁ ਛੰਦ ਹੋਰ ਕਰ ਲਈਏ? ਹਾਂਜੀ 5 ਛੰਦ ਹੋਰ ਕਰ ਲਿਆ ਜੀ। ਪੜੋ ਭਾਈ ਮਨਜਿੰਦਰ ਸਿੰਘ, ਪੜੋ। ਬਾਬਾ ਜੀ, ਇੱਥੇ ਸਹਿਜ ਮੇਰੇ ਨਾਲ ਹੀ ਆ, ਉਹ ਡਿਸਟਰਬੈਂਸ ਹੋਣੀ ਆ ਵਿੱਚ। ਅੱਛਾ, ਕੋਈ ਹੋਰ ਸਿੰਘ ਪੜ ਲਓ, ਕੋਈ ਵੀ ਪੜ ਲਓ। ਹਾਂਜੀ, ਓਕੇ। ਕੋਈ ਵੀ ਸਿੰਘ ਪੜ ਲਓ। ਭਾਈ ਉਪਕਾਰ ਸਿੰਘ ਪੜੋ। ਕਰਤਾ ਲਸ਼ਕਤ ਤੇਜ ਅੱਜ ਅਧਿਕ ਧਰ। ਉਹ ਨਹੀਂ ਆਏ, ਅੱਜ ਨਿਹੰਗ ਸਿੰਘ ਜਿਹੜੇ ਆਪਣੇ, ਉਹ ਨਹੀਂ ਆਏ ਹੈ। ਹਾਂਜੀ ਉਹ ਬਿਮਾਰ ਅੱਛਾ ਨੇ ਜੀ। ਅੱਛਾ ਅੱਛਾ, ਕੋਈ ਨਹੀਂ, ਅਗਲੀ ਕਲਾਸ ਤਾਈਂ ਆ ਜੂਗੇ ਜੀ। ਓਕੇ ਓਕੇ।
ਕਰਤਾ ਲਚਕਤ ਤੇਜ ਅਧਿਕ ਧਰ, ਦਸਹੋਂ ਦਿਸ਼ਨ ਮਹਿ ਕੀਨ ਪ੍ਰਕਾਸ਼। ਕਹਿੰਦੇ ਬਹੁਤ ਜ਼ਿਆਦਾ ਬਿਜਲੀ ਕੜਕੀ, ਲਸ਼ਕਰਾਂ ਹੋਈ ਤੇਜ, ਦਸੋਂ ਦਿਸ਼ਾ ਦੇ ਅੰਦਰ ਪ੍ਰਕਾਸ਼ ਫੈਲ ਗਿਆ। ਮਨ ਹੋ ਮੇਘ ਹੈ ਸੁਬਟ ਮਹਾਬਲ, ਛਟਾ ਖੜਗ ਤਰ ਕਾਵਤ ਪਾਸ। ਕਹਿੰਦੇ ਮਨੋ ਮੇਘ ਹੈ ਸੁਪੱਟ ਮਹਾਬਲ, ਕਹਿੰਦੇ ਐਵੇਂ ਜਾਣ ਲਓ ਜਿਸ ਤਰ੍ਹਾਂ ਮੇਘ ਬੱਦਲ ਫਟ ਗਿਆ ਹੋਵੇ ਮਹਾਬਲ ਦੇ ਨਾਲ। ਛਟਾ ਖੜਗ ਤਰਕਾਵਤ ਪਾਸ, ਬਿਜਲੀ ਰੂਪੀ ਤਲਵਾਰਾਂ ਆਸਮਾਨ ਦੇ ਅੰਦਰ ਲਿਸ਼ਕ ਗਈਆਂ। ਜਨ ਹੇਰਤ ਬ੍ਰਿਧ ਕੋ ਤਬ ਪ੍ਰੇਰਤ, ਬਰ ਕੋ ਦੇਹੋ ਪੂਰੀ ਅਹ ਆਸ। ਕਹਿੰਦੇ ਬਾਬੇ ਬੁੱਢੇ ਨੂੰ ਬੱਦਲ ਪ੍ਰੇਰ ਰਹੇ ਸੀ, ਵੀਰ ਰਸ ਦੇ ਰਹੇ ਸੀਗੇ। ਬੱਦਲ ਜਦੋਂ ਬਿਜਲੀਆਂ ਗੜਕ ਰਹੀਆਂ ਸੀਗੀਆਂ ਤੇ ਆਸਮਾਨ ਦੇ ਅੰਦਰ ਬਹੁਤ ਜ਼ਿਆਦਾ ਸ਼ੋਰ ਸੀਗਾ। ਬਈ ਬਾਬਾ ਬੁੱਢਾ ਜੀ ਨੂੰ ਬੱਦਲ ਵੀ ਪ੍ਰੇਰਿਤ ਕਰ ਰਹੇ ਨੇ। ਬਾਬਾ ਬੁੱਢਾ ਜੀ ਬੇਨਤੀ ਕਰਦੇ ਆ ਵਰ ਦਓ ਪੁੱਤਰ ਦਾ। ਪਿਖ ਲਛਨ ਬਿਸਮਤ ਹੋਏ, ਹਰਖਿਓ ਹੋਏ ਹੈ ਨੰਦਨ ਬਲ ਕੀ ਰਾਸ। ਆਹਾ ਬਾਬਾ ਬੁੱਢਾ ਜੀ ਨਾ ਉੱਪਰ ਬੱਦਲਾਂ ਵੱਲ ਦੇਖ ਕੇ ਪੁਣ ਲੱਛਣ ਬਿਸਮਤ ਹੋਏ ਰਹੇ ਹੋ। ਬਾਬਾ ਬੁੱਢਾ ਜੀ ਵੀ ਹੈਰਾਨ ਹੋ ਗਏ ਵੀ ਪਰਮੇਸ਼ਵਰ ਨੇ ਕੀ ਨੀਤੀ ਬਣਾ ਦਿੱਤੀ ਆ। ਹੋਏ ਹੈ ਨੰਦਨ ਬਲ ਕੀ ਰਾਸ, ਬਾਬਾ ਬੁੱਢਾ ਜੀ ਨੇ ਮਨ ਚ ਸੋਚ ਲਿਆ, ਕਹਿੰਦੇ ਇਹਨਾਂ ਦੇ ਘਰ ਤੇ ਕੋਈ ਮਹਾਬਲੀ ਪੁੱਤਰ ਨੇ ਜਨਮ ਲੈਣਾ ਹੈ। ਬੋਲਿਓ ਬੜ ਉਤਸਾਹ ਬਢਾਵਤ, ਧਨ ਮਾਤ ਆਵਨ ਭਾਤੋਹੇ। ਬਾਬਾ ਬੁੱਢਾ ਜੀ ਬੋਲੇ ਧੰਨ ਮਾਤਾ ਗੰਗਾ, ਧੰਨ ਮਾਤਾ ਗੰਗਾ, ਬੜੇ ਉਤਸ਼ਾਹ ਦੇ ਨਾਲ। ਕਹਿੰਦੇ ਤੁਹਾਡਾ ਆਣਾ ਵੀ ਮਾਤਾ ਧੰਨ ਹੈ, ਇੰਨੇ ਪ੍ਰੇਮ ਨੂੰ ਮੈਂ ਬਹੁਤ ਸਤਿਕਾਰ ਦਿੰਦਾ ਹਾਂ। ਬਲੀ ਵਿਸਾਲ ਖੜਗ ਖਰ ਕਰ ਧਰ, ਮੁਗਲਨ ਮਾਰ ਗੁਰੂ ਬੜ ਹੋਏ। ਕਹਿੰਦੇ ਉਹ ਮਾਤਾ ਗੰਗਾ ਤੁਸੀਂ ਪੁੱਤਰ ਲੈਣ ਆਏ ਹੋ, ਤੁਹਾਡਾ ਪੁੱਤਰ ਮੁਗਲ ਮਾਰ ਗੁਰ ਵੱਡ ਹੋਏ, ਤੁਹਾਡਾ ਪੁੱਤਰ ਮੁਗਲਾਂ ਦਾ ਸਿਰ ਭੰਨੇਗਾ। ਜਿਵੇਂ ਮੈਂ ਗੰਢੇ ਦਾ ਸਿਰ ਭੰਨਿਆ ਹੈ, ਤੇਰਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ। ਬਾਬਾ ਬੁੱਢਾ ਜੀ ਵਰ ਦਿੰਦੇ ਨੇ, ਕਹਿੰਦੇ ਮੈਂ ਜਿਸ ਤਰ੍ਹਾਂ ਗੰਢੇ ਦਾ ਭੰਨਿਆ ਨਾ ਪ੍ਰਸ਼ਾਦਿਆਂ ਤੇ ਰੱਖ ਕੇ, ਤੇਰਾ ਪੁੱਤਰ ਮੁਗਲਾਂ ਦੇ ਸੀਸ ਭੰਨੇਗਾ। ਤੇ ਮਾਤਾ ਗੱਦੀ ਤੇ ਵੀ ਬੈਠੇਗਾ, ਤੇ ਗੱਦੀ ਤੇ ਕੇਵਲ ਨਹੀਂ ਬੈਠੇਗਾ, ਗੱਦੀ ਦੇ ਤਖਤ ਸਜਾ ਕੇ ਬੈਠੇਗਾ। ਗਾਦੀ ਤਜ ਹੈ ਤਖਤ ਪਰ ਬੈਠ ਹੈ, ਅਸ ਲਛਨ ਦੀਖਤ ਹੈ ਮੋਹੇ। 5 ਗੁਰੂ ਤੇ ਗੱਦੀ ਲਗਾ ਕੇ ਬੈਠੇ ਸੀ। ਮਾਤਾ ਤੇਰਾ ਪੁੱਤਰ ਤਖਤ ਤੇ ਬੈਠੇਗਾ, ਅਕਾਲ ਤਖਤ ਦੀ ਰਚਨਾ ਹੋਵੇਗੀ। ਬ੍ਰਹਮ ਗਿਆਨੀ ਬਾਬੇ ਬੁੱਢੇ ਕੇ ਨੇ ਵਰ ਦੇ ਦਿੱਤਾ। ਆਹਾ ਰਣ ਘਮਸਾਨ ਮਚਾਵਹਿ, ਦੁਸ਼ਟ ਖਪਾਵਹਿ ਕਰ ਕਹਿ ਕ੍ਰੋਹੇ। ਕਹਿੰਦੇ ਰਣ ਪ੍ਰਿਆ ਹੋਵੇਗਾ ਮਾਤਾ ਤੇਰਾ ਪੁੱਤਰ, ਜੰਗ ਨੂੰ ਬਹੁਤ ਪਿਆਰ ਕਰੇਗਾ। ਰਣ ਘਮਸਾਨ ਮਚਾਵੇ, ਜੰਗ ਦੇ ਅੰਦਰ ਘਮਸਾਨ ਮਚਾ ਦੇਵੇਗਾ। ਜਿੱਥੇ ਜੰਗ ਦੇ ਅੰਦਰ ਵੈਰੀ ਦਲ ਨੂੰ ਭਾਜੜ ਪਾ ਦੇਵੇਗਾ, ਵੈਰੀਆਂ ਦਾ ਦਿਲ ਧੜਕਾ ਦੇਵੇਗਾ ਇੱਕ ਵਾਰੀ। ਤੇਰੇ ਪੁੱਤਰ ਦੇ ਬਲ ਨੂੰ ਕੋਈ ਵੀ ਸੋਧ ਨਹੀਂ ਸਕੇਗਾ। ਦੁਸ਼ਟ ਖਪਾਵੇ, ਦੁਸ਼ਟਾਂ ਨੂੰ ਭਾਜੜਾਂ ਪਾ ਦੇਵੇਗਾ। ਕਰ ਹੈ ਕ੍ਰੋਧ, ਇੱਥੇ ਕ੍ਰੋਧ ਦਾ ਅਰਥ ਗੁੱਸਾ ਨਹੀਂ ਕਰਨਾ, ਕ੍ਰੋਧ ਦਾ ਅਰਥ ਹੈ ਵੀਰ ਰਸ। ਜਦੋਂ ਤੇਰਾ ਪੁੱਤਰ ਵੀਰ ਰਸ ਦੇ ਅੰਦਰ ਆ ਜਾਵੇਗਾ ਨਾ ਮਾਤਾ, ਤੇ ਇੱਕ ਵਾਰੀ ਪੂਰੇ 33 ਕਰੋੜ ਦੇਵੀ ਦੇਵਤੇ ਤੇਰੇ ਪੁੱਤਰ ਦਾ ਜੰਗ ਦੇਖਣ ਲਈ ਖੜੇ ਹੋ ਜਾਣਗੇ। ਜਥਾ ਸੋ ਕੰਦਕ ਮੈਂ ਅਬ ਫੋਰੇ, ਜਿਸ ਤਰ੍ਹਾਂ ਮਾਤਾ, ਹਾਂਜੀ ਹਾਂਜੀ ਪੜੋ ਪੜੋ। ਤਿਮ ਮੁਗਲਨ ਕੇ ਫੋਰਹਿ ਸੀਸ। ਜਿਸ ਤਰ੍ਹਾਂ ਮਾਤਾ ਮੈਂ ਗੰਡੇ ਦਾ ਸਿਰ ਭੰਨਿਆ, ਤੇਰਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ। ਜਿਮ ਖੁਦਾਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤ ਹੈ ਆਸ ਜੋ ਥੀਸ। ਆਹਾ ਮਾਤਾ, ਜਿਸ ਤਰ੍ਹਾਂ ਤੂੰ ਭੁੱਖੇ ਦੀ ਪਿਆਸ ਦੂਰ ਕੀਤੀ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਬਾਬੇ ਬੁੱਢੇ ਨੂੰ, ਮਾਤਾ ਤੇਰੇ ਅੰਦਰ ਜੋ ਪੁੱਤਰ ਨੂੰ ਪ੍ਰਾਪਤ ਕਰਨ ਦੀ ਆਸਾ ਹੈ, ਉਹ ਗੁਰੂ ਨਾਨਕ ਦੇਵ ਮਹਾਰਾਜ ਪੂਰੀ ਕਰਨਗੇ। ਪੀਰੀ ਅਰ ਮੀਰੀ ਜੁਗ ਧਾਰ ਹੈ, ਨਾਮ ਸੋ ਹਰ ਗੋਬਿੰਦ ਜਗਦੀਸ਼। ਆਹਾ ਬਾਬੇ ਬੁੱਢੇ ਨੇ ਪਹਿਲਾਂ ਹੀ ਬ੍ਰਹਮ ਗਿਆਨੀ ਕੇ ਬਚਨ ਹੋ ਗਏ। ਕਹਿੰਦੇ ਮੀਰੀ ਤੇ ਪੀਰੀ ਦਾ ਮਾਲਕ ਹੋਵੇਗਾ, ਵੱਡ ਯੋਧਾ ਹੋਵੇਗਾ, ਪਰਉਪਕਾਰੀ ਹੋਵੇਗਾ, ਤੇ ਗੁਰਤਾ ਗੱਦੀ ਤੇ ਬੈਠੇਗਾ ਤੇ ਤਖਤ ਸਜਾਏਗਾ, ਤੇ ਉਸ ਵੱਡ ਯੋਧੇ ਉਹ ਪਰਉਪਕਾਰੀ ਦਾ ਨਾਮ ਹੋਏਗਾ ਧਰਤੀ ਦੇ ਉੱਤੇ ਧੰਨ 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 ਗੁਰੂ ਹਰਗੋਬਿੰਦ।
जोधा प्रगट है सदन तुम्हारे, जीत है अनगन शत्र महीश। ਕਹਿੰਦੇ ਜੋਧਾ ਹੋਵੇਗਾ ਮਾਤਾ, ਧਰਤੀ ਦੇ ਉੱਤੇ ਉਸਦੇ ਬਰਾਬਰ ਕਿਸੇ ਦਾ ਬਲ ਨਹੀਂ ਹੋਵੇਗਾ, ਤੇ ਉਸ ਜੋਧੇ ਦੇ ਅੰਦਰ ਇੰਨੀ ਤਾਕਤ ਹੋਵੇਗੀ ਕਿ ਦੁਸ਼ਮਣਾਂ ਦੇ ਦੰਦ ਖੱਟੇ ਕਰ ਦੇਵੇਗਾ ਕੱਲਾ ਹੀ। ਸਦਨ ਤੇਰੇ ਘਰ ਦੇ ਅੰਦਰ ਪ੍ਰਗਟ ਹੋਏਗਾ ਹੀ ਮਾਤਾ ਪੁੱਤਰ। ਜੀਤਾ ਹੈ ਅਨਗਨ ਸ਼ਤਰੂ ਮਹੀਸ਼। ਮਹੀਸ਼ ਕਹਿੰਦੇ ਨੇ ਰਾਜਿਆਂ ਨੂੰ, ਕਹਿੰਦੇ ਉਹ ਆਮ ਬੰਦਿਆਂ ਦੇ ਉੱਤੇ ਵੈਰ ਨਹੀਂ ਲਵੇਗਾ, ਸੰਸਾਰ ਦੇ ਉੱਤੇ ਜ਼ੁਲਮੀ ਰਾਜਿਆਂ ਦੇ ਨਾਲ ਟੱਕਰਾਂ ਲਵੇਗਾ, ਹਕੂਮਤਾਂ ਦੇ ਨਾਲ ਟੱਕਰਾਂ ਲਵੇਗਾ, ਬੇਖੌਫ ਹੋਵੇਗਾ, ਨਿਰਵੈਰ ਹੋਵੇਗਾ, ਨਿਰਭਉ ਅਵਸਥਾ ਵਾਲਾ ਹੋਏਗਾ। ਉਹ ਮਾਤਾ ਤੇਰਾ ਲਾਲ ਧਰਤੀ ਦੇ ਉੱਤੇ ਮਹਾਬਲੀ ਅਵਤਾਰ ਗੁਰੂ ਹਰਗੋਬਿੰਦ ਪ੍ਰਗਟ ਹੋਵੇਗਾ। सुनहो मात तैं सो जस लियो बह, जन्म्यो राम कौशल्या जैस। ਆਹਾਹਾ ਮਾਤਾ, ਤੂੰ ਕੀ ਜਾਣਦੀ ਐ ਕਿ ਇਹ ਜੋ ਭਗਵਾਨ ਰਾਮ ਤ੍ਰੇਤੇ ਯੁੱਗ ਦੇ ਅਵਤਾਰ ਹੁਣ ਤੇਰੇ ਘਰ ਆਉਣ ਲੱਗੇ ਨੇ, ਤੂੰ ਕੌਸ਼ਲਿਆ ਬਣੇਗੀ। ਤੇ ਭਗਵਾਨ ਰਾਮ ਜਿਸ ਤਰ੍ਹਾਂ ਮਰਿਆਦਾ ਪੁਰਸ਼ੋਤਮ ਹੋਏ ਨੇ ਨਾ, ਗੁਰੂ ਹਰਗੋਬਿੰਦ ਸਾਹਿਬ ਵੀ ਮਰਿਆਦਾ ਪੁਰਸ਼ੋਤਮ ਹੋਣਗੇ। ਜਿਸ ਤਰ੍ਹਾਂ ਰਾਮ ਭਗਵਾਨ ਨੇ ਰਾਵਣ ਨੂੰ ਘਾਤ ਕਰਕੇ ਸਾਰੇ ਸੰਸਾਰ ਨੂੰ ਸੁਖ ਦਿੱਤਾ ਸੀ, ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੰਸਾਰ ਤੇ 4 ਜੰਗਾਂ ਕਰਕੇ ਸੰਸਾਰ ਨੂੰ ਪਾਪ ਤੋਂ ਬਚਾ ਕੇ ਧਰਮ ਵੱਲ ਜੋੜਨਗੇ। श्री घनश्याम देव की जाए, तेरे ਹਾਂਜੀ, भाग पे अब तास। ਕਹਿੰਦੇ ਜਿਸ ਤਰ੍ਹਾਂ ਦੇਵਕੀ ਦੇ ਘਰ ਕ੍ਰਿਸ਼ਨ ਪੈਦਾ ਹੋਇਆ ਸੀ, ਤੇ ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਵੀ ਬਾਲ ਲੀਲਾਵਾਂ ਕਰਨਗੇ। ਤੇਰੇ ਭਾਗ ਭਏ ਅਬ ਤੈਸੇ, ਜਿਸ ਤਰ੍ਹਾਂ ਰਾਮ ਦੇ ਘਰ ਰਾਮ ਪੈਦਾ ਹੋਇਆ, ਕੁਸ਼ਲਿਆ ਦੇ ਘਰ, ਦੇਵਕੀ ਦੇ ਘਰ ਕ੍ਰਿਸ਼ਨ ਪੈਦਾ ਹੋਇਆ, ਹੁਣ ਮਾਤਾ ਗੰਗਾ ਦੇ ਘਰ ਕਲਯੁਗ ਦੇ ਅਵਤਾਰ ਸਰਬ ਕਲਾ ਸਮਰੱਥ ਗੁਰੂ ਹਰਗੋਬਿੰਦ ਸਾਹਿਬ ਪੈਦਾ ਹੋ ਰਹੇ ਨੇ। अतिशय पुण्यन को फल प्रगट है, सुंदर रूप सर्ब ही बास। ਕਹਿੰਦੇ ਬਹੁਤ ਪੁੰਨ ਤੇਰੇ ਮਾਤਾ ਪ੍ਰਗਟ ਇਕੱਠੇ ਹੋ ਗਏ ਨੇ, ਤਾਂ ਤੇਰੇ ਘਰ ਪੁੱਤਰ ਪੈਦਾ ਹੋਣ ਲੱਗਿਆ। ਇੰਨਾ ਸੁੰਦਰ ਸਰੂਪ ਹੋਵੇਗਾ ਨਾ ਤੇਰੇ ਪੁੱਤਰ ਦਾ, ਸੰਸਾਰ ਤੇ ਚੰਦ ਵੀ ਉਸਤੇ ਸਮਾਨ ਸੁੰਦਰ ਨਹੀਂ। अंग बुलंद सबन ते होवह, बल की समता होए न हास। ਔਰ ਮਾਤਾ ਤੇਰੇ ਪੁੱਤਰ ਦੇ ਅੰਗ ਹਾਥੀ ਦੀ ਸੁੰਡ ਵਰਗੀਆਂ ਬਾਹਾਂ ਹੋਣਗੀਆਂ, ਹਿਰਨ ਵਰਗੇ ਸੁੰਦਰ ਨੇਤਰ ਹੋਣਗੇ, ਤੇਰੇ ਪੁੱਤਰ ਦੀ ਚੌੜੀ ਛਾਤੀ ਹੋਵੇਗੀ, ਤੇ ਉਸਦੇ ਸਰੀਰ ਦੇ ਅੰਦਰ ਬਿਜਲੀ ਵਰਗੀ ਫੁਰਤੀ ਹੋਵੇਗੀ, ਮੱਥਾ ਚੌੜਾ ਹੋਵੇਗਾ, ਐਨ ਲੰਬਾ ਕੱਦ ਹੋਵੇਗਾ ਤੇਰੇ ਪੁੱਤਰ ਦਾ, ਇੰਨੇ ਸੁੰਦਰ ਕੇਸ, ਸੁੰਦਰ ਨੇਤਰ, ਮੁਖ ਦੇ ਉੱਤੇ ਮੁਸਕਰਾਹਟ। ਤੇਰੇ ਪੁੱਤਰ ਦਾ ਜਿਹੜਾ ਸੁੰਦਰਤਾ ਦਾ ਸਰੂਪ ਹੈ ਉਹ ਪਰਮੇਸ਼ਵਰ ਵਰਗਾ ਹੀ ਹੋਵੇਗਾ। 1651 ਸੰਮਤ, ਮਾਸ ਅਸੌਜ 21 ਜਾਨ। 21 ਤਰੀਕ ਹੋਏਗੀ, ਅੱਸੂ ਦਾ ਮਹੀਨਾ ਹੋਵੇਗਾ 1651 ਨੂੰ। ਬੁੱਢੇ ਬਾਕ ਬਖਾਨਿਓ ਤਿਸ ਦਿਨ, ਸੁਨਤ ਸ਼ਰੋਨ ਭਾ ਅਨੰਦ ਮਹਾਨ। ਮਾਤਾ ਅੱਜ 21 ਅੱਸੂ 1651 ਨੂੰ ਬਚਨ ਕਰ ਰਹੇ ਆ, 10 ਮਹੀਨੇ ਬਾਅਦ ਤੇਰੇ ਘਰ ਮਹਾਬਲੀ ਅਵਤਾਰ ਨੇ ਪੈਦਾ ਹੋਣਾ ਹੈ। ਧੰਨ ਧੰਨ ਸਤਿਗੁਰ ਕੇ ਸਿੱਖ ਤੁਮ, ਸੇਵਤ ਬਾਂਛਤ ਦੇਵਤ ਦਾਨ। ਆਹਾਹਾਹਾ, ਪਿਛਲੀ ਪੰਕਤੀ ਦੇ ਅਰਥ ਮੜ ਜੇ ਰਹਿ ਗਏ ਸੀਗੇ, ਕਿਹੜੀ ਸੀਗੀ? ਹਾਂਜੀ, ਸੋਨਤ ਸ਼ੁਨਭਾ ਆਨੰਦ, ਮਾਤਾ ਦੇ ਮਨ ਚ ਆਨੰਦ ਹੋ ਗਿਆ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਨੇ, ਜਿਨ੍ਹਾਂ ਦੀ ਸੇਵਾ ਕਰਕੇ, ਜਿਨ੍ਹਾਂ ਦੀ ਪ੍ਰੇਮ ਦੇ ਨਾਲ ਸੇਵਾ ਕਰਕੇ ਜੋ ਮਰਜ਼ੀ ਫਲ ਲੈ ਲਵੋ। ਕਰ ਬੰਧਨ ਪੁਨ ਪੁਨ ਕਰ ਬੰਧਤ, ਹਰਖਤ ਔਰ ਘਰ ਕੀਨ ਪਿਆਨ। ਹਾਂਜੀ, ਇਸ ਪ੍ਰਕਾਰ ਮਾਤਾ ਨੇ ਸੇਵਾ ਕੀਤੀ, ਬੰਦਨਾ ਕੀਤੀ, ਬਾਬੇ ਬੁੱਢੇ ਦੇ ਚਰਨਾਂ ਦੇ ਵਿੱਚ ਸਾਰੇ ਪਦਾਰਥ ਰੱਖ ਕੇ ਪੁੱਤਰ ਦਾ ਵਰ ਲਿਆ, ਤੇ ਮਾਤਾ ਬੜੀ ਖੁਸ਼ੀ ਖੁਸ਼ਾਈ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਆਪੜਨ ਲੱਗੀ ਹੈ। ਤੇ ਮਾਤਾ ਦੇ ਘਰ ਦਿਲ ਦੇ ਅੰਦਰ ਬਹੁਤ ਬਹੁਤ ਪ੍ਰਸੰਨਤਾ ਹੈ। ਕਿਉਂ? ਕਿਉਂਕਿ ਬਾਬੇ ਬੁੱਢੇ ਦਾ ਵਰ ਖਾਲੀ ਨਹੀਂ ਜਾਣਾ। ਮੇਰਾ ਪੁੱਤਰ ਤਖਤ ਵੀ ਸਜਾਏਗਾ, ਮੇਰਾ ਪੁੱਤਰ ਯੋਧਾ ਵੀ ਹੋਵੇਗਾ, ਸੁੰਦਰ ਵੀ ਹੋਵੇਗਾ, ਜ਼ਾਲਮਾਂ ਦੇ ਨਾਲ ਟਾਕਰੇ ਵੀ ਲਵੇਗਾ, ਸਾਡੇ ਘਰ ਦੇ ਅੰਦਰ ਗੁਰਤਾ ਗੱਦੀ ਦਾ ਵਾਰਸ ਆਵੇਗਾ। ਮਾਤਾ ਬਹੁਤ ਖੁਸ਼ ਹੋਈ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ,
हे ਸਮਰਾਥੇ ਅਗੰਮ ਪੂਰਨ ਮੋਹਿ ਮਇਆ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।